ਕਹਿੰਦੇ ਆ ਵੀ ਰਿਸ਼ਤੇ ਨਹੀਂ ਨਿਭਦੇ, ਪਰ ਕਿਉਂ ਨਹੀਂ ਨਿਭਦੇ? ਮੇਰੇ ਹਿਸਾਬ ਨਾਲ ਸਾਡਾ ਤਾਂ ਭਾਂਡਾ ਭੁੰਡਣ ਨਹੀਂ ਸੀਗਾ, ਉਹ ਇੱਕ ਲਵੇੜ ਦਿੰਦਾ ਸੀ, ਦੂਜਾ ਧੋਂਦਾ ਨਹੀਂ ਸੀਗਾ। ਬਸ ਤਾਂ ਕਰਕੇ ਬਸ ਮਾੜੀ ਗੱਲ ਪਿੱਛੇ ਲੜ ਪੈਂਦੇ ਆ। ਉਹ ਕਹਿੰਦਾ ਤੂੰ ਕਰ, ਮੈਂ ਕਹਿੰਦਾ ਮੈਂ ਕਿਉਂ ਕਰਾਂ, ਤੂੰ ਕਰ। ਰੋਟੀ ਪਾਣੀ ਮੈਨੂੰ ਆਉਂਦਾ ਤਾਂ ਹੈ ਨਹੀਂ ਸੀ, ਮੰਮੀ ਨੂੰ ਫੋਨ ਲਾ ਲੈਂਦਾ ਸੀਗਾ ਮੈਂ। ਫਰਾਡਸ ਇੰਡੀਆ 'ਚ ਵੀ ਹੁੰਦੇ ਆ, ਬਟ ਕੈਨੇਡਾ 'ਚ ਬਹੁਤ ਜ਼ਿਆਦਾ ਹੁੰਦੇ ਆ। ਆਪਣੀ ਬੈਂਕ ਦੀ ਡਿਟੇਲਸ ਦੇਤੀਆਂ, ਠੀਕ ਆ, ਮੇਰੇ ਉਸੇ ਟਾਈਮ ਹੀ ਜਿੰਨੇ ਪੈਸੇ ਸੀਗੇ ਸਾਰੇ ਚਲੇ ਗਏ। ਬਾਅਦ 'ਚ ਜਦੋਂ ਅਸੀਂ ਅੱਡ ਹੋ ਗਏ, ਫਿਰ ਮੈਨੂੰ ਬੱਸਾਂ ਦਾ ਮੈਂ ਉਲਝਿਆ, ਮੈਨੂੰ ਮਹੀਨਾ ਸਮਝ ਹੀ ਨਹੀਂ ਆਇਆ। ਚੜ੍ਹਨਾ ਇੱਧਰੋਂ ਹੋਇਆ ਕਰਿਆ, ਮੈਂ ਦੂਜੇ ਪਾਸੇ ਚੜ੍ਹ ਜਾ ਕਰਾਂ। ਤੇ ਕਿਵੇਂ ਦਾ ਲੱਗਿਆ ਫਿਰ ਕੈਨੇਡਾ ਦਾ ਐਕਸਪੀਰੀਅੰਸ? ਕੈਨੇਡਾ ਘੈਂਟ ਲੱਗਿਆ, ਬਸ ਥੋੜ੍ਹੀਆਂ ਪ੍ਰੋਬਲਮਸ ਵੀ ਨੇ, ਥੋੜ੍ਹਾ ਵਧੀਆ ਵੀ ਆ। ਜਿਹੜੇ ਹੁਣ ਸਟੂਡੈਂਟਸ ਆ ਰਹੇ ਆ ਜਾਂ ਫਿਰ ਸਪਾਊਸਿਸ ਵੀਜ਼ੇ ਤੇ ਆ ਰਹੇ ਆ ਜਿਹੜੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਦੀਆਂ ਕਿਹੜੀਆਂ ਤਿਆਰੀਆਂ ਆ ਜਿਹੜਾ ਪਹਿਲਾਂ ਹੀ ਇੰਡੀਆ ਤੋਂ ਕਰਕੇ ਆਉਣ? ਇਹਦੇ ਬਾਰੇ ਹਮਦਰਦ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਰਸ਼ਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਫ ਇਨ ਕੈਨੇਡਾ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅੱਜ ਦਾ ਇਹ ਐਪੀਸੋਡ ਉਹ ਸਟੂਡੈਂਟਸ ਲਈ ਹੈ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਨਵੇਂ ਆਏ ਆ, ਜਿਨ੍ਹਾਂ ਨੂੰ ਹਾਲੇ ਤੱਕ ਕੈਨੇਡਾ ਦੇ ਰੂਲਸ ਦਾ ਨਹੀਂ ਪਤਾ ਕਿ ਕਿੱਦਾਂ ਆਪਾਂ ਘਰ ਵਗੈਰਾ ਲੱਭਣਾ ਆ, ਗਰੋਸਰੀਜ਼ ਦਾ ਕੀ ਹਿਸਾਬ ਹੁੰਦਾ ਆ, ਰੈਂਟ ਕਿੰਨਾ ਹੁੰਦਾ ਆ। ਇਹ ਸਾਰੀਆਂ ਚੀਜ਼ਾਂ ਦਾ ਜਵਾਬ ਦੇਣ ਲਈ ਅੱਜ ਅਸੀਂ ਇਹ ਐਪੀਸੋਡ ਸ਼ੂਟ ਕਰਨ ਲੱਗੇ ਆ। ਆਪਾਂ ਲੋਕਾਂ ਨਾਲ ਚੱਲਾਂਗੇ ਤੇ ਸਟੂਡੈਂਟਸ ਤੋਂ ਸਪੈਸ਼ਲੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੈਨੇਡਾ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ, ਤੇ ਨਾਲ ਦੀ ਨਾਲ ਕਿ ਇੱਥੇ ਕੰਮਕਾਰ ਲੱਭਣਾ ਈਜ਼ੀ ਆ, ਪਾਰਟ ਟਾਈਮ ਕੰਮ ਮਿਲ ਜਾਂਦਾ ਕਿ ਨਹੀਂ ਮਿਲ ਜਾਂਦਾ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਚੱਲਦੇ ਆਂ ਤੇ ਕਰਦੇ ਆਂ ਲੋਕਾਂ ਦੇ ਨਾਲ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਆਕਾਸ਼ਦੀਪ ਸਿੰਘ ਜੀ। ਸਟੂਡੈਂਟ ਹੋ ਜਾਂ ਵਰਕ ਪਰਮਿਟ ਤੇ ਵਾਲੇ? ਮੈਂ ਸਟੂਡੈਂਟ ਹੀ ਹਾਂ ਜੀ। ਕਿੰਨਾ ਸਮਾਂ ਹੋਇਆ ਫਿਰ ਕੈਨੇਡਾ ਨੂੰ? ਮੈਂ ਜਨਵਰੀ 'ਚ ਆਇਆ ਸੀ, 6 ਮਹੀਨੇ ਹੋਇਆ ਬਸ। 6 ਮਹੀਨੇ ਹੋਇਆ। 6 ਮਹੀਨੇ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕੈਨੇਡਾ ਦਾ? ਐਕਸਪੀਰੀਅੰਸ ਪਹਿਲਾਂ ਤਾਂ ਮੈਂ ਫਰੈਂਡ ਦੇ ਨਾਲ ਸੀਗਾ ਜੀ, ਤੇ ਹੁਣ ਮੈਂ ਸਾਡਾ ਭੇਦਭਾਵ ਜਿਹਾ ਹੋਣ ਲੱਗ ਗਿਆ ਸੀਗਾ। ਫਿਰ ਮੈਂ ਕਿਹਾ ਅੱਡ ਹੋ ਜਾਈਏ, ਤੇ ਨਹੀਂ ਤਾਂ ਵੱਧ ਜੂਗਾ। ਤੇ ਹੁਣ ਮੈਂ ਅੱਡ ਇਕੱਲਾ ਰਹਿਣਾ ਗਾ, ਨਾਲੇ ਉਹਨਾਂ ਨਾਲ ਵਧੀਆ ਬੋਲ ਚਾਲ ਆ ਗਈ, ਤੇ ਹੁਣ ਵਧੀਆ ਬਸ ਓਕੇ, ਇਕੱਲੇ ਦਾ ਵਧੀਆ ਰਹਿੰਦਾ ਮੇਰੇ ਹਿਸਾਬ ਨਾਲ। ਇਹ ਕਹਿੰਦੇ ਕਿ ਇੱਥੇ ਆ ਕੇ ਰਿਸ਼ਤੇ ਬੜੀ ਜਲਦੀ ਟੁੱਟਦੇ, ਇਹਦੇ ਪਿੱਛੇ ਕਾਰਨ ਕੀ ਆ? ਇਹਦਾ ਹਾਲੇ ਤੱਕ ਮੈਨੂੰ ਵੀ ਨਹੀਂ ਸਮਝ ਆਈ ਕਿ ਕਹਿੰਦੇ ਆ ਵੀ ਰਿਸ਼ਤੇ ਨਹੀਂ ਨਿਭਦੇ, ਪਰ ਕਿਉਂ ਨਹੀਂ ਨਿਭਦੇ? ਮੇਰੇ ਹਿਸਾਬ ਨਾਲ ਸਾਡਾ ਤਾਂ ਭਾਂਡਾ ਭੁੰਡਣ ਨਹੀਂ ਸੀਗਾ, ਉਹ ਇੱਕ ਲਵੇੜ ਦਿੰਦਾ ਸੀ, ਦੂਜਾ ਧੋਂਦਾ ਨਹੀਂ ਸੀਗਾ। ਬਸ ਤਾਂ ਕਰਕੇ ਬਸ ਮਾੜੀ ਗੱਲ ਪਿੱਛੇ ਲੜ ਪੈਂਦੇ ਆ। ਉਹ ਕਹਿੰਦਾ ਤੂੰ ਕਰ, ਮੈਂ ਕਹਿੰਦਾ ਮੈਂ ਕਿਉਂ ਕਰਾਂ, ਤੂੰ ਕਰ। ਤਾਂ ਕਰਕੇ ਲੜ ਪੈਂਦੇ ਸੀਗੇ। ਸਾਫ ਸਫਾਈ ਦਾ ਰੌਲਾ ਪੈਂਦਾ ਹੈ ਜ਼ਿਆਦਾ। ਹਾਂ, ਉਹਦੇ ਪਿੱਛੇ ਪੈਂਦਾ ਸੀਗਾ। ਤੇ ਕੀ ਗੱਲ ਸਫਾਈ ਰੱਖਣੀ ਪਸੰਦ ਨਹੀਂ ਗੀ ਫਿਰ? ਨਹੀਂ, ਮੈਨੂੰ ਹੁੰਦੀ ਸੀ ਉਹਦਾ, ਤਾਂ ਕਈ ਵਾਰ ਉਹਨਾਂ 'ਚ ਕਈ ਵਾਰ ਮੇਰੇ 'ਚ ਕਮੀ ਰਹਿੰਦੀ ਹੋਵੇ, ਕੁਛ ਨਹੀਂ ਪਤਾ। ਤੇ ਜਦੋਂ ਫਿਰ ਕੈਨੇਡਾ ਆਏ ਸੀਗੇ ਉਦੋਂ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ? ਮੇਰਾ ਥੋੜ੍ਹਾ ਸੌਖਾ ਸੀਗਾ ਜੀ, ਮੇਰੇ ਫਰੈਂਡਸ ਹੈਗੇ ਸੀਗੇ ਤੇ ਉਹ ਮੈਨੂੰ ਆਪ ਹੀ ਲਈ ਫਿਰਦੇ ਸੀਗੇ। ਪਹਿਲੇ 3-4 ਮਹੀਨੇ ਤਾਂ ਮੈਨੂੰ ਬੱਸਾਂ ਚੜ੍ਹਨ ਦੀ ਲੋੜ ਹੀ ਨਹੀਂ ਪਈ, ਉਹ ਆਪ ਹੀ ਲਈ ਫਿਰਦੇ ਰਹੇ। ਤੇ ਹੁਣ ਮੈਨੂੰ ਬਾਅਦ 'ਚ ਜਦੋਂ ਅਸੀਂ ਅੱਡ ਹੋ ਗਏ, ਫਿਰ ਮੈਨੂੰ ਬੱਸਾਂ ਦਾ ਮੈਂ ਉਲਝਿਆ, ਮੈਨੂੰ ਮਹੀਨਾ ਸਮਝ ਹੀ ਨਹੀਂ ਆਇਆ। ਚੜ੍ਹਨਾ ਇੱਧਰੋਂ ਹੋਇਆ ਕਰਿਆ, ਮੈਂ ਦੂਜੇ ਪਾਸੇ ਚੜ੍ਹ ਜਾ ਕਰਾਂ, ਤੇ ਗਲਤ ਹੋ ਜਾਇਆ ਕਰੇ ਕੰਮ। ਤੇ ਪਰ ਹੌਲੀ ਸੁੱਟ ਆ ਗਿਆ ਹੁਣ ਸੈੱਟ। ਤੇ ਘਰ ਵਗੈਰਾ ਲੱਭਣਾ ਔਖਾ ਹੋਇਆ ਬਾਅਦ ਵਿੱਚ ਜਦੋਂ ਤੁਸੀਂ ਉਹਨਾਂ ਫਰੈਂਡਸ ਨੂੰ ਛੱਡਤਾ? ਨਹੀਂ, ਉਹ ਜੀਜੀ ਤੇ ਲੱਭ ਲਈ ਪਹਿਲਾਂ ਹੀ ਮੈਂ। ਤੀਜੀ ਜਿਹੜੀ ਐਪ ਜੀ ਹੈਗੀ ਉਹ ਸੌਖਾ ਕਰ ਦਿੰਦੀ ਹੈ ਬੰਦੇ ਨੂੰ। ਤੇ ਕੁਝ ਹੋਰ ਜਿਹੜੀਆਂ ਪ੍ਰੋਬਲਮਸ, ਜਿਵੇਂ ਰੋਟੀ ਪਾਣੀ ਦੀ ਗੱਲ ਮੁੰਡਿਆਂ ਦੇ ਲਈ ਤਾਂ ਮੇਨ ਹੁੰਦੀ ਆ ਕਿ ਰੋਟੀ ਪਾਣੀ ਨਹੀਂ ਬਣਾਉਣਾ ਆਉਂਦਾ, ਉਹਦੇ ਬਾਰੇ ਕੋਈ ਪ੍ਰੋਬਲਮ ਆਈ? ਰੋਟੀ ਪਾਣੀ ਮੈਨੂੰ ਆਉਂਦਾ ਤਾਂ ਹੈ ਨਹੀਂ ਸੀ, ਮੰਮੀ ਨੂੰ ਫੋਨ ਲਾ ਲੈਂਦਾ ਸੀਗਾ ਮੈਂ, ਵੀ ਮੈਨੂੰ ਦੱਸ ਦਿਓ ਕਿਵੇਂ। ਮੈਂ ਪਹਿਲਾਂ ਉਹ 'ਚ ਟਿਫਨ ਲਵਾ ਲਾਂ, ਫਿਰ ਮੈਂ ਕਿਹਾ ਨਹੀਂ, ਮੈਂ ਨਾਲੇ ਸਿੱਖ ਲੂੰਗਾ ਮੈਂ। ਤੇ ਹੁਣ ਮੈਂ ਆਪ ਹੀ ਕਰਦਾ ਰਹਿਣਾ ਬਸ। ਕਈ ਵਾਰ ਨਹੀਂ ਵਰਤੀ ਤਾਂ ਫਿਰ ਮੈਂ ਬਾਹਰੋਂ ਮੰਗਾ ਲਈਦਾ। ਤੇ ਜਿਹੜਾ ਕੰਮਕਾਰ ਦੀ ਗੱਲ ਕਰੀਏ, ਕੰਮਕਾਰ ਮਿਲ ਚੁੱਕਿਆ ਹੈ ਹੁਣ? ਕੰਮ ਮੈਨੂੰ ਮਿਲ ਗਿਆ ਸੀ। ਮੈਂ ਜਨਵਰੀ 'ਚ 6 ਨੂੰ ਆਇਆ ਸੀ, 20 ਨੂੰ ਮੇਰਾ ਲੋਕਡਾਊਨ ਉਹ ਪੂਰਾ ਹੋਇਆ। ਲੋਕਡਾਊਨ ਦਾ ਕੀ ਹੁੰਦਾ ਗਾ, ਉਹ ਕੁਆਰੰਟੀਨ। ਤੇ ਉਸ ਤੋਂ ਬਾਅਦ 30 ਤਰੀਕ ਨੂੰ ਮੈਂ ਲੱਗ ਗਿਆ ਸੀ ਕੰਮ। ਤੇ ਕੰਮਕਾਰ ਦੀ ਜੇ ਗੱਲ ਕਰੀਏ ਵੀ ਕਿੱਦਾਂ ਮਤਲਬ ਉਹ ਜਿਹੜੀ ਕੰਮ ਕਰਦੇ ਹੈਗੇ ਆ, ਪੈਸੇ ਵਗੈਰਾ ਮਿਲਦੇ ਆ, ਆਪਾਂ ਨੂੰ ਪੇ ਮਿਲਦੀ ਆ, ਉਹਦੇ ਨਾਲ ਸਾਰਾ ਕੰਮ ਵਧੀਆ ਈਜ਼ੀਲੀ ਮੈਨੇਜ ਹੋ ਜਾਂਦਾ ਹੈ? ਹਾਂ, ਮੇਰਾ ਤਾਂ ਹੋ ਗਿਆ ਜੀ। ਮੈਂ ਕਿਉਂਕਿ ਵੱਧ ਤੋਂ ਵੱਧ ਕੰਮ ਕਰਿਆ, ਕੋਈ ਐਂ ਰੁਕਿਆ ਨਹੀਂ ਹੈਗਾ ਕਿ ਥੱਕ ਕੇ ਜਾਂਦਾ ਵੀ ਬਸ। ਮੈਂ ਤਾਂ 6 ਮਹੀਨੇ ਹੋ ਗਿਆ ਦੱਬੀ ਤੁਰਿਆ ਜਾਂਦਾ ਗਾ। ਫਿਰ ਪੈਸੇ ਪੂਸੇ ਜੋੜ ਲਏ, ਫਿਰ ਇੰਡੀਆ ਵਾਲਿਆਂ ਨੂੰ ਸੌਖਾ ਕਰਨਾ ਹੁਣ? ਕੋਸ਼ਿਸ਼ ਤਾਂ ਹੈਗੀ ਹੈ ਜੀ, ਬਾਕੀ ਰੱਬ ਕਰਾਵੇ ਤਾਂ ਚੰਗਾ ਗੱਲ ਆ। ਬਾਕੀ ਰੱਬ ਦੇ ਸਿਰ 'ਤੇ ਹੀ ਹੈ ਜੀ। ਕੰਮ ਮੈਨੂੰ ਮਿਲ ਗਿਆ ਹੀ ਨਹੀਂ ਦੁਬਾਰਾ ਜਿਹੜਾ ਖੜਾ ਗਾ, ਨਹੀਂ ਤਾਂ ਮੈਨੂੰ ਨਾ ਮਿਲਦਾ ਹੁਣ ਨੂੰ। ਮੈਂ ਕੱਚਾ ਜਿਹਾ ਮਾਰੀ ਜਾਂਦਾ ਰਹਿੰਦਾ ਇੱਥੇ। ਤੇ ਜਿਹੜਾ ਇੱਕ ਕੰਮ ਲੱਭ ਲਿਆ ਉਹਦੀ ਲੱਗੇ ਰਹੇ ਫਿਰ ਬੰਦਾ, ਫਿਰ ਚੰਗਾ ਰਹਿੰਦਾ। ਕਈ ਵਾਰ ਆਪਾਂ ਸੋਚ ਲੈਂਦੇ ਵੀ ਨਾਲੇ ਇੱਕ ਦਿਨ ਉੱਥੇ ਲੈ ਲੈਣਾ, ਇੱਕ ਦਿਨ ਉੱਥੇ ਲੈ ਲੈਣਾ, ਫਿਰ ਹਿਸਾਬ 'ਚ ਨਹੀਂ ਰਹਿੰਦੀ ਗੱਲ। ਫੀਸਾਂ ਵਗੈਰਾ ਆਪੇ ਕੱਢੀਆਂ ਕਿ ਘਰੋਂ ਮੰਗਵਾਈਆਂ ਹੁਣ? ਨਹੀਂ, ਮੈਂ ਤਾਂ ਆਪ ਹੀ ਕੱਢ ਲਈਆਂ ਜੀ। ਤੇ ਜੇ ਬੰਦੇ ਨੇ ਖੁਦ ਫੀਸਾਂ ਕੱਢਣੀਆਂ, ਹੁਣ ਕੰਮਕਾਰ ਲੱਭਣਾ ਹੋਵੇ, ਮੇਨ ਚੀਜ਼ ਜੇ ਆਪਾਂ ਗੱਲ ਕਰੀਏ, ਕਿਉਂਕਿ ਕੰਮ ਨਾਲ ਹੀ ਫੀਸਾਂ ਨਿਕਲੀਆਂ, ਤੇ ਜੇ ਕੰਮ ਨਵਾਂ ਲੱਭਣਾ ਹੋਵੇ ਉਹਦੇ ਲਈ ਸਭ ਤੋਂ ਵੱਡੀ ਚੀਜ਼ ਦਿਮਾਗ 'ਚ ਕੀ ਰੱਖ ਕੇ ਚੱਲੇ?
ਕੰਮ ਆਹੀ ਆ ਬਸ, ਉਹਦੀ ਐਪ ਉੱਪਰ ਦੇਖੀ ਜਾਵੇ, ਪੇਜਾਂ ਨੂੰ ਫੋਲੋ ਕਰ ਲਓ, ਦੇਖ ਲੈ, ਏਜੰਸੀਆਂ ਨੂੰ ਫੋਨ ਲਾਈ ਜਾਵੇ। ਪਹਿਲਾਂ ਮੈਂ ਤਾਂ ਚਲੋ ਕੰਮ ਮੈਨੂੰ ਮਿਲ ਗਿਆ ਸੀਗਾ, ਮੇਰੇ ਨਾਲ ਦੇ ਨੇ ਘੱਟੋ ਘੱਟ 200-300 ਏਜੰਸੀਆਂ ਨੂੰ ਫੋਨ ਲਾਤਾ। ਮੈਂ ਉਹਦੇ ਹੈਰਾਨ ਤੂੰ ਕਰਦਾ ਕੀ ਰਹਿਣਾ ਸਾਰਾ ਦਿਨ। ਤੇ ਹੁਣ ਉਹਨੂੰ ਇੰਨੇ ਫੋਨ ਆਉਂਦੇ ਆਗੇ, ਰੋਜ਼ ਨੂੰ ਕੋਈ ਨਾ ਕੋਈ ਆਇਆ ਰਹਿੰਦਾ ਵੀ ਆ ਜਾਓ ਸਰ ਕੰਮ ਤੇ ਆ ਜਾਓ। ਉਹ ਵਿਹਲਾ ਹੀ ਨਹੀਂ ਪੈਂਦਾ, ਹੁਣ ਮੈਂ ਵਿਹਲਾ ਫਿਰਦਾ ਆਰਾਮ ਨਾਲ। ਤੇ ਤੁਹਾਨੂੰ ਲੱਗਦਾ ਕਿ ਏਜੰਸੀਆਂ ਕੰਮ ਦੇ ਦਿੰਦੀਆਂ, ਕਿਉਂਕਿ ਕਹਿੰਦੇ ਆ ਕਿ ਏਜੰਸੀਆਂ ਭਕਾਈ ਬਹੁਤ ਕਰਾਉਂਦੀਆਂ ਨੇ? ਨਹੀਂ, ਕਈ ਕਰਾਉਂਦੀਆਂ ਨੇ, ਕਈ ਦੇ ਦਿੰਦੀਆਂ। ਮੇਰੇ ਵਾਲੇ ਨੇ ਦੇਤਾ ਮੈਨੂੰ, ਮੇਰੇ ਤਾਂ ਵਧੀਆ ਗਈ। ਬਾਕੀ ਪਤਾ ਨਹੀਂ ਕੀ ਗੱਲ ਆ, ਰੱਬ ਸਹੀ ਚਲਾਈ ਜਾਂਦਾ ਕੰਮ ਆਪਣਾ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਨਾਮ? ਨਵਨੀਤ। ਤੁਹਾਡਾ ਨਾਮ? ਨੇਹਾ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਹੇ ਨੂੰ? ਮੈਨੂੰ 4 ਇਅਰਸ ਹੋ ਗਏ। 2 ਇਅਰਸ ਹੋ ਚੁੱਕਿਆ। ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਫਿਰ? ਕੁਛ ਵਧੀਆ ਕੁਛ ਬੈਡ ਵੀ ਆ। ਜੇ ਵਧੀਆ ਤੇ ਬੈਡ ਦੀ ਗੱਲ ਕਰੀਏ ਤੇ ਬੈਡ ਕੀ ਜ਼ਿਆਦਾ ਰਿਹਾ ਹੈ? ਕਿਉਂਕਿ ਵਧੀਆ ਤਾਂ ਆਪਾਂ ਕਹਿ ਦਿੰਦੇ ਹਾਂ ਚਲੋ ਸਾਰਾ ਕੁਝ ਵਧੀਆ ਲੱਗਦਾ ਹੈ, ਤੇ ਮਾੜਾ ਕੀ ਰਿਹਾ ਫਿਰ? ਮਾੜਾ ਲਾਈਕ ਜਦੋਂ ਆਪਾਂ ਸਟਾਰਟਿੰਗ ਚਾਹੁੰਦੇ ਆ ਮਤਲਬ ਇਸ ਇਨਵਾਇਰਨਮੈਂਟ ਨਾਲ ਅਡੈਪਟ ਕਿੱਦਾਂ ਕਰਦੇ ਆ, ਕਿਉਂਕਿ ਆਪਾਂ ਫੈਮਲੀਜ਼ ਤੋਂ ਅਵੇ ਹੁੰਦੇ ਆ ਨਾ, ਤੇ ਫਰੈਂਡਸ ਤੇ ਟਰਸਟ ਕਰਨਾ ਥੋੜਾ ਡਿਫਿਕਲਟ ਹੁੰਦਾ ਵਾ, ਕਿਉਂਕਿ ਕੁਝ ਵੀ ਕਰ ਸਕਦੇ ਆ। ਤੇ ਅਗਰ ਤੁਹਾਡੀ ਫੈਮਿਲੀ ਇੱਥੇ ਆ, ਲਾਈਕ ਮੇਰੀ ਸਿਸਟਰ ਸੀਗੇ ਇੱਥੇ, ਤੇ ਫਿਰ ਮੈਨੂੰ ਇੰਨੀ ਪ੍ਰੋਬਲਮ ਨਹੀਂ ਹੋਈ ਮਤਲਬ। ਬਟ ਜਿੱਦਾਂ ਮੇਰਾ ਕਾਲਜ ਥੋੜਾ ਦੂਰ ਸੀਗਾ, ਫਿਰ ਮੈਂ ਉੱਥੇ ਜਾ ਕੇ ਜੌਬਸ ਫਾਈਂਡ ਆਊਟ ਕੀਤੀਆਂ, ਸਾਰਾ ਕੁਝ ਆ। ਜੌਬ ਲੱਭਣ ਲਈ ਤੇ ਬਸ ਇਹੀ ਚੀਜ਼ ਆ ਕਿ ਤੁਸੀਂ ਆਪਣਾ ਜਿੱਦਾਂ ਰੈਜ਼ਿਊਮੇ ਆ ਹੈਂਡ ਆਊਟ ਕਢਵਾਓ, ਤੇ ਤੁਸੀਂ ਉਹਨਾਂ ਨੂੰ ਮਤਲਬ ਵਾਕ ਇਨ 'ਚ ਜਾ ਕੇ ਦੇ ਕੇ ਆਓ, ਤੇ ਆਪਣੀ ਜੋ ਵੀ ਕੁਆਲਿਟੀਜ਼ ਹੈਗੀਆਂ ਉਹਨਾਂ ਨੂੰ ਐਕਸਪ੍ਰੈਸ ਕਰਕੇ ਆਓ, ਕਿ ਮਤਲਬ ਤੁਸੀਂ ਆਪਣਾ ਬੈਸਟ ਦੇ ਕੇ ਆਓ, ਤਾਂ ਕਿ ਉਹ ਤੁਸੀਂ ਇੰਪਲੋਇਰ ਨੂੰ ਇੰਪ੍ਰੈਸ ਹੋ ਜੇ, ਤੇ ਉਹ ਤੁਹਾਨੂੰ ਬੈਕ ਕਾਲ ਕਰੇ ਕਿ ਹਾਂ ਮੈਂ ਕੁਝ ਲੂਜ਼ ਨਾ ਕਰਾਂ, ਤੇ ਮੈਂ ਇਹ ਇੰਪਲੋਈ ਨੂੰ ਮਤਲਬ ਵਾਪਸ ਲਵਾਂ। ਤੇ ਇਹੀ ਸੀਗਾ, ਕਿਉਂਕਿ ਮੈਂ ਤੇ ਫਿਰ ਮਤਲਬ ਵਿਦਿਨ 2 ਵੀਕਸ ਦੇ ਵਿੱਚ ਮੈਂ ਇੱਦਾਂ ਹੀ ਆਹ ਚੀਜ਼ ਸ਼ੁਰੂ ਕੀਤੀ, ਤੇ ਮੈਨੂੰ ਜੌਬ ਮਿਲ ਗਈ ਸੀਗੀ। ਜਦੋਂ ਜੌਬ ਮਿਲੀ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਖਰਚੇ ਵਗੈਰਾ ਹੁੰਦੇ ਆ, ਕਿ ਜਦੋਂ ਆਪਾਂ ਆਉਂਦੇ ਹਾਂ ਉਦੋਂ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਆ ਫੀਸਾਂ ਦੀ, ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਜੌਬ ਜਿਹੜੀ ਪਾਰਟ ਟਾਈਮ ਜੌਬ ਜਿਹਨੂੰ ਆਪਾਂ ਕਹਦੇ ਉਹ ਕਵਰ ਕਰ ਦਿੰਦੀ ਆ? ਕਰ ਸਕਦੀ ਆ, ਡਿਪੈਂਡ ਤੁਹਾਡਾ ਲਿਵਿੰਗ ਸਟਾਈਲ ਕਿੱਦਾਂ ਦਾ ਵਾ, ਕਿ ਤੁਸੀਂ ਕਿੱਦਾਂ ਮਤਲਬ ਖਰਚ ਕਿੱਦਾਂ ਕਰ ਰਹੇ ਹੋ। ਕਿਉਂਕਿ ਕਈ ਵਾਰੀ ਬੱਚਾ ਬਾਹਰ ਆਉਂਦਾ ਤੇ ਇਹ ਦੇਖਦਾ ਕਿ ਉਹ ਮਾਲ ਲੈਣਾ ਵਧੀਆ, ਉਹ ਕਰ ਲੈਨੇ ਆ। ਹੁਣ ਕਿਹੜਾ ਸਾਡੇ ਉੱਤੇ ਪੇਰੈਂਟਸ ਆ ਕਿ ਆਪਾਂ ਖਰਚ ਨਹੀਂ ਕਰ ਸਕਦੇ, ਹੈ ਨਾ। ਤੇ ਇਹ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਕੈਰੀ ਆਊਟ ਕਰਦੇ ਹੋ। ਕਈ ਪਾਰਟ ਟਾਈਮ 'ਚ ਵੀ ਆਪਣੀ 2-2 ਮਤਲਬ ਫੀਸ ਕੱਢ ਲੈਂਦੇ ਆ, 2 ਸਮੈਸਟਰ ਦੀ ਵੀ ਕੱਢ ਲੈਂਦੇ ਆ ਆਪਣਾ। ਤੁਸੀਂ ਜਿੱਥੇ ਵੀ ਅਕੋਮੋਡੇਸ਼ਨ ਦੇਖ ਰਹੇ ਹੋ, ਤੁਸੀਂ ਮਤਲਬ ਕੋਈ ਹੈਗੇ ਆ ਜਿਹੜੇ ਕਿ $200 'ਚ ਵੀ ਦੇ ਰਹੇ ਆ, ਠੀਕ ਆ। ਜਿੱਦਾਂ ਤੁਸੀਂ ਜੋ ਵੀ ਪਾਰਟ ਟਾਈਮ ਵੀ ਕਰ ਰਹੇ ਹੋ, ਤੁਸੀਂ ਜਿੱਦਾਂ ਤੁਹਾਡਾ ਮਹੀਨੇ ਦਾ 1000 ਆ, ਹੈ ਨਾ, ਤੇ ਤੁਸੀਂ $200 ਤੁਸੀਂ ਮੰਨ ਲਓ ਰੈਂਟ ਦੇ ਰਹੇ ਹੋ, ਠੀਕ ਆ। ਤੁਹਾਡੀ ਪਲੱਸ GIC ਵੀ ਤੁਹਾਨੂੰ ਸੇਵ ਬਹੁਤ ਹੋ ਸਕਦੀ ਆ। ਤਾਂ ਇੱਕ ਹੁੰਦਾ ਹੈ ਕਿ ਜਦੋਂ GIC ਦੇ $2000 ਆਉਂਦੇ ਆ ਸਰ ਅਕਾਊਂਟ ਦੇ ਵਿੱਚ ਡਿਪੋਜ਼ਿਟ ਹੁੰਦੇ ਆ, ਤਾਂ ਬਹੁਤ ਜਲਦੀ ਉੱਡਦੇ ਆ, ਤੇ ਉਹਦੇ ਬਾਰੇ ਕੀ ਕਹੋਗੇ? ਉਹਦੇ ਬਾਰੇ ਇਹੀ ਆ ਕਿ ਉਹ ਤੁਹਾਡੇ ਲਈ ਇੱਕ ਬੈਸਟ ਚੀਜ਼ ਆ। 2000 ਤੁਸੀਂ ਉਹਨੂੰ ਕਿੱਦਾਂ ਯੂਜ਼ ਕਰ ਰਹੇ ਹੋ, ਕਿਉਂਕਿ ਤੁਸੀਂ ਜਦੋਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਹੋ, ਤੁਸੀਂ ਆਪਣਾ ਗੱਦਾ ਲੈ ਸਕਦੇ ਹੋ, ਠੀਕ ਆ। ਜਿੱਦਾਂ ਕਿ ਮਤਲਬ ਇਹ ਸਾਰੀ ਗਾਈਡੈਂਸ ਮੈਨੂੰ ਮੇਰੀ ਸਿਸਟਰ ਨੇ ਦੱਸੀ ਸੀ, ਕਿਉਂਕਿ ਉਹ 4 ਸਾਲ ਤੋਂ ਇੱਥੇ ਰਹਿ ਰਹੇ ਆ। ਤੇ ਜਿੱਦਾਂ ਮਤਲਬ ਉਹ ਤੋਂ ਤੁਹਾਡਾ ਜਦੋਂ ਆਪਾਂ ਸਟਾਰਟਿੰਗ ਚਾਹੁੰਦੇ ਆ ਤਾਂ ਆਪਾਂ ਫਸਟ ਐਂਡ ਲਾਸਟ ਦਿੰਦੇ ਆ, ਜਿਹਦੇ ਵਿੱਚ ਮੰਨ ਲਓ ਜੇ ਤੁਹਾਡਾ 200 ਜਾਂ 300 ਵੀ ਰੈਂਟ ਆ, ਹੈ ਨਾ, 600 ਤੇ ਉੱਧਰ ਹੀ ਚੱਲ ਗਿਆ, 2000 ਲੱਗ ਰਿਹਾ ਜ਼ਿਆਦਾ। ਬਟ ਜਦੋਂ ਆਪਾਂ ਸਟਾਰਟਿੰਗ 'ਚ ਆ ਕੇ ਸਾਰਾ ਨਿਊ ਚੀਜ਼ ਸਾਰੀ ਸਟਾਰਟ ਕਰਦੇ ਆ ਨਾ, ਤੇ ਉਹਦੇ ਵਿੱਚ ਵੀ ਸਾਡੇ ਕੋਲ 1000 ਜਾਂ ਮਤਲਬ 500 ਤੋਂ ਕੁਛ ਜ਼ਿਆਦਾ ਜਿੱਦਾਂ ਇਹ ਚੀਜ਼ਾਂ ਤੇ ਸਪੈਂਡ ਹੋ ਜਾਂਦਾ ਵਾ। ਤੁਹਾਡੇ ਕੋਲ ਤਾਂ ਚਲੋ ਤੁਹਾਡੇ ਸਿਸਟਰ ਸੀਗੇ ਗਾਈਡੈਂਸ ਦੇ ਲਈ, ਤੇ ਜੇਕਰ ਕਿਸੇ ਕੋਲ ਕੋਈ ਹੋਵੇ ਹੀ ਨਾ, ਤੇ ਆਪਾਂ ਜੇ ਗੱਲ ਕਰੀਏ ਰੂਮਸ ਵਗੈਰਾ ਦੀ, ਰੈਂਟ ਵਗੈਰਾ ਦੀ, ਇਹ ਸਾਰੀਆਂ ਚੀਜ਼ਾਂ ਫਿਰ ਬੰਦਾ ਆਉਂਦਿਆਂ ਸਰ ਕਿੱਦਾਂ ਮੈਨੇਜ ਕਰੇ? ਸਭ ਤੋਂ ਸੋਸ਼ਲ ਨੈਟਵਰਕ ਸਾਈਟਸ, ਜਿੱਦਾਂ ਮਤਲਬ ਆਪਾਂ ਫੇਸਬੁੱਕ ਤੇ ਮਤਲਬ ਕਿੰਨੇ ਸਾਰੇ ਆਪਾਂ ਕਰ ਸਕਦੇ ਹਾਂ ਕਿ ਮੈਂ ਜੀ ਇਸ ਇਨਟੇਕ 'ਚ ਆ ਰਿਹਾ ਵਾਂ, ਮੈਂ ਇਸ ਕਾਲਜ 'ਚ ਆ ਰਿਹਾ ਵਾਂ, ਜੇ ਕੋਈ ਮੇਰੇ ਨਾਲ ਦਾ ਹੈਗਾ ਵਾ ਤੇ ਮੈਨੂੰ ਕੰਟੈਕਟ ਕਰੋ, ਹੈ ਨਾ। ਫਿਰ ਉਹ ਗਰੁੱਪ ਬਣ ਜਾਂਦਾ ਵਾ, ਠੀਕ ਹੈ, ਤੇ ਉਹ WhatsApp ਤੇ ਕੰਟੈਕਟ ਹੋ ਜਾਂਦੇ ਆ, ਹੈ ਨਾ, ਸਾਰੇ ਗਰੁੱਪ ਬਣਾ ਲੈਂਦੇ ਆ। ਜੇ ਕੋਈ ਮੰਨ ਲਓ ਇੱਕ ਬੰਦਾ ਵੀ ਬਾਹਰ ਆਉਂਦਾ ਪਹਿਲਾਂ, ਹੈ ਨਾ, ਤੇ ਉਹ ਮਤਲਬ ਦੂਸਰੇ ਦੇ ਨਾਲ ਕੰਟੈਕਟ ਕਰਕੇ ਕਹਿੰਦਾ ਕਿ ਹਾਂ ਮੇਰੇ ਤੋਂ ਆ ਸਪੇਸ ਹੈਗੀ ਆ, ਤੁਸੀਂ ਬਾਹਰ ਆ ਜਾਓ, ਤੇ ਅਸੀਂ ਮਤਲਬ ਕਰ ਸਕਦੇ ਹਾਂ ਕਿ ਇੱਦਾਂ ਅਰੇਂਜ ਹੋ ਜਾਂਦਾ ਕਿ ਸੋਸ਼ਲ ਨੈਟਵਰਕ ਸਾਈਟਸ ਤੋਂ ਆਪਾਂ ਗਰੁੱਪ ਬਣਾ ਕੇ ਸਾਰਾ ਕੁਝ ਫਿਰ ਉਹ ਚੀਜ਼ ਦੇ ਕਰ ਸਕਦੇ ਹਾਂ। ਈਜ਼ੀ ਆ ਥੋੜ੍ਹਾ, ਠੀਕ ਆ। ਜਿਹੜੀਆਂ ਗੱਲ ਕਰੀਏ ਜੇ ਗਰੋਸਰੀਜ਼ ਵਗੈਰਾ ਦੀ, ਇੰਡੀਆ 'ਚ ਤਾਂ ਚਲੋ ਮੰਮੀ ਆ ਸਾਰਾ ਕੁਝ ਲੈ ਆਉਂਦੀਆਂ ਸੀ, ਤੇ ਇੱਥੇ ਫਿਰ ਕਿੰਨਾ ਕੁ ਔਖਾ ਲੱਗਿਆ ਉਹ ਚੀਜ਼? ਇੱਥੇ ਔਖੀ ਤਾਂ ਉਹ ਚੀਜ਼ ਸਟਾਰਟਿੰਗ ਦੇ ਵਿੱਚ ਲੱਗਦੀ ਆ, ਬਟ ਟਾਈਮ ਦੇ ਨਾਲ ਮੈਨੇਜਮੈਂਟ ਆ, ਤੁਹਾਨੂੰ ਆਪਣਾ ਆਪ ਹੀ ਦੇਖਣਾ ਪੈਂਦਾ ਹੈ। ਇੱਥੇ ਤਾਂ ਤੁਸੀਂ ਮੈਨੇਜ ਕਰ ਹੀ ਲੈਂਦੇ ਹੋ ਬੇਸਿਕਲੀ। ਮੇਰੀ ਐਡਵਾਈਸ ਇਹ ਆ ਕਿ ਇਨੀਸ਼ੀਅਲ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਤਾਂ ਆਪਣੇ ਖਰਚੇ ਵਗੈਰਾ ਉਸ ਹਿਸਾਬ ਨਾਲ ਕਰੋ, ਰਾਈਟ। ਇਨੀਸ਼ੀਅਲ ਆ ਕੇ ਜਿਹੜਾ $2000 ਆਪਾਂ ਨੂੰ ਮਿਲਦਾ ਆ, ਉਹਨੂੰ ਬਿਨਾਂ ਸੋਚੇ ਸਮਝੇ ਯੂਜ਼ ਨਹੀਂ ਕਰਨਾ ਚਾਹੀਦਾ। ਬਹੁਤ ਮਤਲਬ ਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਅਕੋਮੋਡੇਸ਼ਨ ਆਪਣੀ ਬਜਟ ਦੇ ਵਿੱਚ ਲਓ, ਆਪਣਾ ਬਜਟ ਦੇਖੋ। ਆਊਟ ਆਫ ਬਜਟ ਜਾ ਕੇ ਜਾਂ ਕਿਸੇ ਦੀਆਂ ਗੱਲਾਂ 'ਚ ਆ ਕੇ ਕਿਸੇ ਦੇ ਪਿੱਛੇ ਲੱਗ ਕੇ ਆਈ ਥਿੰਕ ਉਹ ਡਿਸੀਜ਼ਨ ਨਹੀਂ ਲੈਣੇ ਚਾਹੀਦੇ। ਤੁਸੀਂ
ਆਪਣੇ ਸਿਸਟਰ ਨੂੰ ਗਾਈਡ ਕਰਨ ਦੇ ਲਈ ਸੀਗੇ, ਬਟ ਜਦੋਂ ਤੁਸੀਂ ਆਏ ਸੀਗੇ ਤੁਹਾਡੇ ਕੋਲ ਕੋਈ ਗਾਈਡ ਕਰਨ ਦੇ ਲਈ ਸਾਰਾ ਕੁਝ ਹੈਗਾ ਸੀ? ਮੇਰੇ ਕੋਲ ਕੋਈ ਗਾਈਡੈਂਸ ਨਹੀਂ ਸੀ ਕਿਉਂਕਿ ਮੈਂ ਫਸਟ ਇਨ ਦਾ ਫੈਮਿਲੀ ਸੀਗੀ ਜਿਹੜੀ ਬਾਹਰ ਆਈ ਸੀ, ਬਾਕੀ ਸਾਰੇ ਮੇਰੇ ਤੋਂ ਬਾਅਦ ਹੀ ਆਏ ਨੇ। ਤਾਂ ਮੈਨੂੰ ਉਹੀ ਸੀਗਾ ਕਿ ਚਲੋ ਕਾਲਜ 'ਚ ਗਏ, ਨਾਲ ਫਰੈਂਡਸ ਮਿਲ ਗਈਆਂ, ਕੁੜੀਆਂ ਨਾਲ ਆਪਾਂ ਸ਼ੇਅਰਿੰਗ 'ਚ ਰਹਿਣਾ ਸਟਾਰਟ ਕਰਤਾ, ਦੈਨ ਚਲੋ ਜਿੱਦਾਂ ਜਿੱਦਾਂ ਟਾਈਮ ਆਇਆ ਸਿੱਖਦੇ ਗਏ। ਤੇ ਜਦੋਂ ਆਏ ਸੀਗੇ ਫਿਰ ਓਨਰਸ ਵੱਲੋਂ ਕੋਈ ਤੰਗ ਪਰੇਸ਼ਾਨ ਕੀਤਾ ਗਿਆ ਹੋਵੇ? ਨਹੀਂ, ਮੈਂ ਐਕਚੁਅਲੀ ਬਰੈਂਪਟਨ ਵਿੱਚ ਤਾਂ ਨਹੀਂ ਆਈ ਸੀ, ਤੇ ਮੈਂ ਪੀਟਰਬਰੋ ਦੇ ਵਿੱਚ ਆਈ ਸੀ, ਤੇ ਅਸੀਂ ਮਤਲਬ ਸਾਡਾ ਸੈਪਰੇਟ ਅਪਾਰਟਮੈਂਟ ਹੀ 'ਚ ਸੀਗਾ, 4 ਕੁੜੀਆਂ ਸ਼ੇਅਰਿੰਗ ਦੇ ਵਿੱਚ, ਤਾਂ ਇੰਨੀ ਓਨਰਸ ਵੱਲੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਤੇ ਸਟੂਡੈਂਟਸ ਜਿਹੜੇ ਆ ਰਹੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣਾ ਜੋ ਵੀ ਆ ਇਨੀਸ਼ੀਅਲ ਦੇ ਵਿੱਚ ਆਪਣੇ ਥੋੜਾ ਖਰਚਾ ਜਿਹੜਾ ਆ ਉਹ ਦੇਖ ਕੇ ਕਰਨਾ ਚਾਹੀਦਾ ਆ। ਆਪਣਾ ਦੇਖੋ ਪਿੱਛੇ ਕੀ ਕਿਸ ਟਾਈਪ ਦੀ ਸਾਡੀ ਫੈਮਿਲੀ ਆ, ਪੇਰੈਂਟਸ ਕਿੰਨਾ ਸਾਡੇ ਤੇ ਪੈਸਾ ਲਾ ਕੇ ਸਾਨੂੰ ਭੇਜ ਰਹੇ ਆ, ਰਾਈਟ, ਆ ਕੇ ਤਾਂ ਆਪਣਾ ਉਸ ਹਿਸਾਬ ਦੇ ਆਪਣੇ ਖਰਚੇ ਜਿਹੜੇ ਥੋੜੇ ਕੰਟਰੋਲ 'ਚ ਰਹਿ ਕੇ ਕਰੋ। ਆਪਣਾ ਦੇਖੋ ਸਾਡਾ ਓਵਰਆਲ ਬਜਟ ਕੀ ਆ, ਦੈਨ ਆਪਣੀਆਂ ਚੀਜ਼ਾਂ ਉੱਦਾਂ ਡਿਸਾਈਡ ਕਰੋ। ਐਂਡ ਸ਼ੇਅਰਿੰਗ ਦੇ ਵਿੱਚ ਪ੍ਰੈਫਰ ਕਰੋ ਕਿ ਸ਼ੇਅਰਿੰਗ ਦੇ ਵਿੱਚ ਓਬਵੀਅਸਲੀ ਪੈਸੇ ਸੇਵ ਹੁੰਦੇ ਆ, ਇਨਸਟੈਡ ਆਫ ਕਈ ਬੱਚੇ ਕੀ ਕਰਦੇ ਨੇ ਕਿ ਸਿੰਗਲ ਰੂਮ ਲੈ ਲੈਂਦੇ ਆ, ਜਦ ਕਿ ਸ਼ੇਅਰਿੰਗ 'ਚ ਪੋਸੀਬਲ ਹੁੰਦਾ ਕਿ 300 350 'ਚ ਤੁਹਾਡਾ ਹੋ ਸਕਦਾ ਆ, ਬਟ ਉਹ ਕੀ ਕਰਦੇ ਆ ਕਈ ਵਾਰ ਕੋਈ ਗਾਈਡੈਂਸ ਇੰਨੀ ਨਹੀਂ ਗਾਈਡ ਕਰਨ ਵਾਲਾ ਹੁੰਦਾ ਤਾਂ 600 'ਚ ਵੀ ਰਹਿ ਰਹੇ ਨੇ, 700 'ਚ ਵੀ ਰਹਿ ਰਹੇ ਨੇ। ਉਹ ਚੀਜ਼ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਉਹ ਆਏ ਇੱਥੇ ਰੂਮ ਮਿਲਿਆ, ਓਨਰ ਨੇ ਜੋ ਕਿਹਾ ਦੇ ਦਿਓ ਤਾਂ ਉਹ ਵਿਚਾਰੇ ਦੇਣ ਲੱਗ ਗਏ। ਬਟ ਜਿੱਦਾਂ ਇਹਨਾਂ ਨੇ ਐਡਵਾਈਸ ਕੀਤਾ ਕਿ ਸੋਸ਼ਲ ਨੈਟਵਰਕਿੰਗ ਸਾਈਟ ਤੋਂ ਆਪਣੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। ਸਟੂਡੈਂਟਸ ਜਿਹੜੇ ਤੁਹਾਡੇ ਨਾਲ ਤੁਸੀਂ ਅਗਰ ਲੱਭ ਸਕਦੇ ਹੋ ਤਾਂ ਉਹਨਾਂ ਨੂੰ ਸਰਚ ਕਰੋ, ਤੇ ਨਾਲ ਬਸ ਉਹਨਾਂ ਨਾਲ ਸ਼ੇਅਰਿੰਗ ਵਗੈਰਾ 'ਚ ਮੇਰੀ ਤਾਂ ਇਹੀ ਐਡਵਾਈਸ ਰਹੂਗੀ। ਤੇ ਤੁਸੀਂ ਕੀ ਕਹਿਣਾ ਚਾਹੋਗੇ ਸਟੂਡੈਂਟਸ ਨੂੰ? ਮੈਂ ਇਹ ਕਹੂੰਗੀ ਕਿ ਮੈਂ ਤਾਂ ਬਹੁਤ ਐਕਸਪੀਰੀਅੰਸ ਕੀਤੇ ਆ, ਜਿਵੇਂ ਜਿੱਦਾਂ ਕੁਝ ਮੈਸੇਜ ਆਉਂਦੇ ਆ ਨਾ, ਫਰਾਡਸ ਇੰਡੀਆ 'ਚ ਵੀ ਹੁੰਦੇ ਆ ਬਟ ਕੈਨੇਡਾ 'ਚ ਬਹੁਤ ਜ਼ਿਆਦਾ ਹੁੰਦੇ ਆ। ਜਿੱਦਾਂ ਮੈਂ ਕੀ ਕੀਤਾ ਸੀਗਾ ਕਿ ਮੈਨੂੰ ਮੈਸੇਜ ਆਇਆ ਸੀਗਾ ਕਿ ਤੁਸੀਂ ਇੰਨੇ ਪੈਸੇ ਆ ਡਿਪੋਜ਼ਿਟ ਕਰ ਲਓ, ਠੀਕ ਆ। ਮੈਂ ਉਹ ਲਿੰਕ 'ਚ ਗਈ, ਲਿੰਕ ਓਪਨ ਕਰਕੇ ਮੈਂ ਆਪਣੀ ਬੈਂਕ ਦੀ ਡਿਟੇਲਸ ਦੇਤੀਆਂ, ਠੀਕ ਆ। ਮੇਰੇ ਉਸੇ ਟਾਈਮ ਹੀ ਜਿੰਨੇ ਪੈਸੇ ਸੀਗੇ ਸਾਰੇ ਚਲੇ ਗਏ। ਤੇ ਫਿਰ ਬਾਅਦ 'ਚੋਂ ਮੈਨੂੰ ਮਤਲਬ ਬੈਂਕ ਮੇਰੀ ਹੋਮ ਬ੍ਰਾਂਚ ਉਹ ਨਹੀਂ ਸੀਗੀ, ਮੇਰੀ ਇੱਥੇ ਸੀਗੀ, ਤੇ ਫਿਰ ਮੈਨੂੰ ਬਹੁਤ ਟਾਈਮ ਲੱਗਾ। ਜਿੱਦਾਂ ਮੈਂ 2 ਮਹੀਨੇ ਮਤਲਬ ਜਾਂ 3 ਮਹੀਨੇ ਇੱਦਾਂ ਮਤਲਬ ਬਿਨਾਂ ਉਹ ਕਾਰਡਸ ਤੋਂ ਸਰਵਾਈਵ ਕੀਤਾ, ਜਦ ਕਿ ਉਹ ਬਹੁਤ ਡਿਫਿਕਲਟ ਆ। ਤੇ ਫਿਰ ਬਾਅਦ 'ਚ ਜਦੋਂ ਸੈਟਲਡ ਹੋਇਆ ਫਿਰ ਕਾਰਡ ਨਿਊ ਲਿਆ। ਮਤਲਬ ਉਹ ਬਹੁਤ ਪ੍ਰੋਸੈਸ ਲੰਬਾ ਵਾ ਕਿ ਮੇਨ ਆ ਕਿ ਤੁਸੀਂ ਜਿੱਦਾਂ ਲਾਲਚ ਨਾ ਕਰੋ, ਕਿਉਂਕਿ ਮੈਨੂੰ ਪਤਾ ਮੈਂ ਕੀਤਾ ਸੀਗਾ ਕਿ ਜਿੱਦਾਂ ਮਤਲਬ ਕਈ ਵਾਰੀ ਆਉਂਦਾ ਨਾ ਕਿ ਹਾਂ ਵੀ ਤੁਹਾਡੇ ਕੋਲ 100 ਕੁਛ ਪੈਸੇ ਆ, ਇੱਦਾਂ ਲੱਗਦਾ ਕਿ ਯਾਰ ਇਹ ਕਿੱਦਾਂ ਹੋ ਗਿਆ ਕਿ ਮੈਂ ਲਿੰਕ ਕਰਦੀ ਹਾਂ, ਹੈ ਨਾ। ਜਦੋਂ ਓਪਨ ਕੀਤਾ ਤੇ ਮਤਲਬ ਸਾਰੀ ਚੀਜ਼ਾਂ ਜਿੱਦਾਂ ਅਲੱਗ ਚਲੇ ਗਿਆ। ਔਰ ਫਿਰ ਉਸ ਤੋਂ ਬਾਅਦ ਉਹ ਤਾਂ ਹੋਇਆ, ਠੀਕ ਆ, ਉਹ ਇੱਕ ਗੱਲ ਹੋ ਗਈ। ਫਿਰ ਦੂਜੀ ਵਾਰੀ ਮੈਂ ਇੱਕ ਵਾਰੀ ਫੇਰ ਇਹ ਕੁਛ ਕੀਤਾ, ਜਦੋਂ ਕੋਈ ਆ ਕੇ ਕਹਿੰਦਾ ਨਾ ਡੋਨੇਸ਼ਨ ਕਰੋ ਕਿ ਆਹ ਚੀਜ਼ ਇੱਦਾਂ ਵਾ, ਹੈ ਨਾ, ਇੱਦਾਂ ਉੱਦਾਂ ਬਹੁਤਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਆ, ਠੀਕ ਆ, ਮਾਲ 'ਚ ਜਾ ਕੇ ਵੀ ਕਿ ਡੋਨੇਟ ਕਰੋ ਇੱਦਾਂ ਉੱਦਾਂ, ਹੈ ਨਾ, ਕਿ ਤੁਹਾਡੇ ਮਹੀਨੇ ਦੇ $10 ਹੀ ਕੱਟਣਗੇ, ਹੈ ਨਾ, ਕਹਿੰਦੇ ਆ। ਬਟ ਉਹ ਮੈਂ ਉੱਥੇ ਵੀ ਦੇਤੀ ਆਪਣੀ ਅਕਾਊਂਟ ਡਿਟੇਲ, ਠੀਕ ਆ। ਉਹਨਾਂ ਨੇ ਮੇਰੇ $30 ਕੱਟ ਲਏ। ਫਿਰ ਬਾਅਦ 'ਚੋਂ ਫਿਰ ਜਦੋਂ ਮੈਂ ਬੰਦ ਕਰਾਇਆ ਫਿਰ ਇੱਕੋਦਮ $70 ਕੱਟ ਲਏ। ਫਿਰ ਮੈਂ ਦੂਜੀ ਵਾਰੀ ਨਿਊ ਕਾਰਡ ਲਿਆ। ਤੇ ਇਹ ਚੀਜ਼ ਬੈਂਕ ਡਿਟੇਲ ਨਹੀਂ ਦੇਣੀ ਕਿਸੇ ਨੂੰ, ਠੀਕ ਆ। ਕੁਛ ਵੀ ਮਤਲਬ ਕਿਤੇ ਸਾਈਟ ਤੇ ਜਾ ਕੇ ਦਿੰਦੇ ਵੀ ਹੋ ਨਾ, ਆਨਲਾਈਨ ਸ਼ਾਪਿੰਗ ਵੀ ਬਹੁਤ ਧਿਆਨ ਨਾਲ ਕਰੋ ਕਿ ਜੇ ਕੋਈ ਚੀਜ਼ ਦਾ ਜਿੱਦਾਂ ਮਤਲਬ ਹੈਗਾ ਬ੍ਰਾਂਡ ਨੇਮ ਹੈਗਾ ਤਾਂ ਵਾ, ਨਹੀਂ ਤਾਂ ਕਦੀ ਆਪਣੀ ਬੈਂਕ ਦੀ ਡਿਟੇਲ ਨਾ ਦਿਓ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਹੇ? ਮੈਨੂੰ ਅਰਾਊਂਡ 4 ਇਅਰਸ ਹੋ ਗਏ ਜੀ। ਤੇ ਵਰਕ ਪਰਮਿਟ ਤੇ ਹੋ ਜਾਂ ਫਿਰ ਪੀਆਰ ਹੋ ਚੁੱਕਿਆ ਹੈ? ਪੀਆਰ ਦੀ ਬਸ ਫਾਈਲ ਲੱਗੀ ਹੋਈ ਆ, ਆ ਜਾਏਗੀ ਕੁਝ ਮਹੀਨਿਆਂ 'ਚ, ਮੇਬੀ ਪਤਾ ਨਹੀਂ ਕੁਝ ਦਿਨਾਂ 'ਚ ਆ ਜਾਵੇ ਜਾਂ ਮਹੀਨਿਆਂ 'ਚ ਆ ਜਾਵੇ, ਦੇਖਦੇ ਹਾਂ ਕਿੰਨਾ ਟਾਈਮ ਲੈਂਦੀ ਹੈ ਇਮੀਗ੍ਰੇਸ਼ਨ। ਤੇ ਸਟੂਡੈਂਟ ਲਾਈਫ ਦੀ ਗੱਲ ਕਰ ਰਹੇ ਹਾਂ ਅੱਜ, ਫਿਰ ਸਟੂਡੈਂਟ ਲਾਈਫ ਕਿੱਦਾਂ ਦੀ ਰਹੀ? ਤੇ ਉਹਦਾ ਲਾਈਫ ਵਧੀਆ ਰਹੀ ਜੀ। ਕੁਝ ਮੁਸ਼ਕਿਲਾਂ ਸੀਗੀਆਂ ਸਟਾਰਟਿੰਗ 'ਚ, ਮੁਸ਼ਕਿਲਾਂ ਸੀਗੀਆਂ ਮੇਬੀ ਕਿਉਂਕਿ ਆਪਾਂ 20 ਆਵਰਸ ਕੰਮ ਕਰ ਸਕਦੇ ਹਾਂ, ਉਦੋਂ ਫਿਰ ਨਾਲ ਫੀਸ ਇਕੱਠੀ ਕਰਨੀ ਔਖੀ ਹੋ ਜਾਂਦੀ ਆ। ਪਰ ਜੇ ਵਿੱਚ ਡ੍ਰੌਪ ਹੋਵੇ ਤਾਂ ਅੱਛਾ ਹੋ ਜਾਂਦਾ, ਵਿੱਚ ਡ੍ਰੌਪ ਵਿੱਚ ਪੈਸੇ ਇਕੱਠੇ ਹੋ ਜਾਂਦੇ ਨੇ। ਪਰ ਮੇਰਾ ਕੋਆਪ ਵੀ ਸੀਗਾ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਉਹ ਕੋਆਪ ਵਾਲਾ ਪ੍ਰੋਗਰਾਮ ਲੈ ਕੇ ਆਉਣ, ਕਿਉਂਕਿ ਕੋਆਪ 'ਚ ਬੰਦਾ ਇੱਕ ਤਾਂ ਡ੍ਰੌਪ ਦਾ ਟਾਈਮ ਮਿਲ ਜਾਂਦਾ 4 ਮੰਥ ਦਾ, ਫਿਰ ਕੋਆਪ ਪੀਰੀਅਡ ਬੰਦਾ ਕੋਈ ਓਪਰਚੁਨਿਟੀ ਲੱਭ ਲੈਂਦਾ, 4 ਮੰਥ ਉਹਦੇ ਮਿਲ ਜਾਂਦੇ ਨੇ, 8 ਮਹੀਨੇ ਆਪਣੇ ਕੋਲ ਹੋ ਜਾਂਦੇ ਨੇ, ਤੇ ਉਹਦੇ 'ਚ ਅਰਾਊਂਡ 1 ਜਾਂ 2 ਸਮੈਸਟਰ ਦੀ ਫੀਸ ਤਾਂ ਈਜ਼ਲੀ ਨਿਕਲ ਜਾਂਦੀ ਆ। ਜਦੋਂ ਆਪਾਂ ਇੰਡੀਆ ਤੋਂ ਕੈਨੇਡਾ ਆਉਂਦੇ ਆ ਉਦੋਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੰਡੀਆ ਤੋਂ ਮਸਟ ਕੈਰੀ ਕਰਕੇ ਆਉਣਾ ਹੀ ਚਾਹੀਦਾ, ਵੀ ਇੱਥੇ ਕੈਨੇਡਾ ਜਾਣਾ ਇਹ ਚੀਜ਼ਾਂ ਲੈ ਕੇ ਹੀ ਆਉਣੀਆਂ ਚਾਹੀਦੀਆਂ ਨੇ? ਦੇਖੋ ਜੀ, ਮੈਨੂੰ ਤਾਂ ਲੱਗਦਾ ਡਿਪੈਂਡ ਕਰਦਾ ਬੰਦਾ ਕਿਸ ਏਰੀਆ 'ਚ ਆ ਰਿਹਾ। ਜੇ ਬਰੈਂਪਟਨ ਜਾਂ ਸਰੀ ਜਾਂ ਕੈਲਗਰੀ ਵਗੈਰਾ ਏਰੀਆ 'ਚ ਆ ਰਿਹਾ, ਉੱਥੇ ਆਪਾਂ ਨੂੰ ਪਤਾ ਹੁੰਦਾ ਪੰਜਾਬੀ ਕਾਫੀ ਕਮਿਊਨਿਟੀ ਹੈਗੀ ਆ, ਅਤੇ ਬੰਦੇ ਨੂੰ ਕੁਝ ਜ਼ਿਆਦਾ ਜਿਵੇਂ ਕਿਚਨ ਵਾਲਾ ਸਮਾਨ ਲੈ ਕੇ ਆਉਣ ਦੀ ਲੋੜ ਨਹੀਂ ਪੈਂਦੀ। ਅਦਰਵਾਈਜ਼ ਜੇ ਬੰਦਾ
ਉਸ ਏਰੀਆ 'ਚ ਆ ਰਹੀ ਹੈ ਜਿੱਥੇ ਪੰਜਾਬੀ ਕਮਿਊਨਿਟੀ ਘੱਟ ਹੈ, ਫਿਰ ਆਪਾਂ ਨੂੰ ਮਸਾਲੇ ਵਗੈਰਾ ਵੀ ਲੈ ਕੇ ਆਉਣੇ ਪੈਂਦੇ ਨੇ। ਈਵਨ ਫਿਰ ਮੈਂ ਜੇ ਆਪਣੀ ਐਗਜ਼ਾਮਪਲ ਦੇਵਾਂ ਤਾਂ ਮੈਨੂੰ ਘਰ ਦੇ ਕਹਿੰਦੇ ਤੂੰ ਕਾਫੀ ਕੁਝ ਸਿੱਖ ਕੇ ਜਾ, ਤੂੰ ਸਬਜ਼ੀ ਬਣਾਉਣੀ ਸਿੱਖ ਕੇ ਜਾ, ਤੂੰ ਮਸਾਲੇ ਮਸੂਲੇ ਲੈ ਕੇ ਜਾ। ਈਵਨ ਮੈਂ ਹਲਦੀ ਮਿਰਚਾਂ ਵੀ ਲੈ ਕੇ ਆਇਆ ਸੀ, ਪਰ ਜਿਵੇਂ ਮੈਂ ਆਇਆ ਬਰੈਂਪਟਨ, ਮੈਂ ਇੱਥੇ ਆ ਕੇ ਦੇਖਿਆ ਚਲੋ ਸਾਰਾ ਕੁਝ ਈਜ਼ੀ ਹੈਗਾ, ਸਾਰਾ ਕੁਝ ਮਿਲ ਜਾਂਦਾ, ਚਲੋ ਬੰਦਾ ਟਿਫਨ ਸਰਵਿਸ ਵਗੈਰਾ ਲੈ ਲੈਂਦਾ ਆ। ਅਤੇ ਹਾਂ, ਸੈਕਿੰਡ ਮੈਂ ਕਹਿਣਾ ਚਾਹੁੰਦਾ ਜੇ ਕੋਈ ਪਰਸਨ ਕੋਲ ਪਹਿਲਾਂ ਹੀ ਐਕਸਪੀਰੀਅੰਸ ਹੈਗਾ ਇੰਡੀਆ ਦਾ, ਡਰਾਈਵਿੰਗ ਐਕਸਪੀਰੀਅੰਸ ਹੈਗਾ, ਉਹ ਐਕਸਟਰੈਕਟ ਜ਼ਰੂਰ ਲੈ ਕੇ ਆਵੇ, ਉਹਦਾ ਆਪਾਂ ਨੂੰ ਐਕਸਪੀਰੀਅੰਸ ਦਾ ਬੈਨੀਫਿਟ ਮਿਲ ਜਾਂਦਾ ਡਰਾਈਵਿੰਗ ਲਾਇਸੈਂਸ ਲੈਣ ਟਾਈਮ। ਤੇ ਜਿਵੇਂ ਤੁਸੀਂ ਫੂਡ ਦੀ ਗੱਲ ਕਰ ਰਹੇ ਹੋ, ਤੇ ਆਪਣੇ ਪੰਜਾਬੀਆਂ ਦਾ ਹੁੰਦਾ ਹੈ ਕਿ ਫੂਡ ਸਭ ਤੋਂ ਵੱਧ ਮੇਨ ਜ਼ਰੂਰੀ ਚੀਜ਼ ਹੈਗੀ ਆ, ਤੇ ਫੂਡ ਬਣਾਉਣ ਵਗੈਰਾ ਦੇ ਵਿੱਚ ਪ੍ਰੋਬਲਮ ਆਈ ਹੋਵੇ ਜਦੋਂ ਫਿਰ ਇੱਥੇ ਆਏ ਸੀ? ਨਹੀਂ ਦੇਖੋ ਜੀ, ਮੈਂ ਤਾਂ ਜਦੋਂ ਦਾ ਆਇਆ ਮੈਂ ਟਿਫਿਨ ਲਗਵਾਇਆ ਹੋਇਆ। ਬਰੈਂਪਟਨ ਇਹ ਗੱਲ ਸਭ ਤੋਂ ਵਧੀਆ ਮੈਨੂੰ ਲੱਗਦੀ ਆ। ਈਵਨ ਸਰੀ 'ਚ ਵੀ ਇਹ ਚੀਜ਼ ਹੈਗੀ ਆ, ਕੈਲਗਰੀ 'ਚ ਵੀ ਹੈ, 3 ਸਿਟੀਜ਼ ਮੇਨ ਨੇ ਜਿੱਥੇ ਪੰਜਾਬੀ ਕਮਿਊਨਿਟੀ ਕਾਫੀ ਆ। ਅਤੇ ਟਿਫਨ ਮੈਨੂੰ ਲੱਗਦਾ ਕਾਫੀ ਅੱਛਾ ਮੈਨੂੰ ਮਿਲ ਰਿਹਾ। ਘਰ ਵਾਲਾ ਰੋਟੀ ਹੁੰਦੀ ਆ, ਜਿਵੇਂ ਮੈਂ ਬਣਾਵਾਂ ਤਾਂ ਮੈਨੂੰ ਲੱਗਦਾ ਵੀ ਮੈਨੂੰ ਟਾਈਮ ਵੱਧ ਕੰਜ਼ਿਊਮ ਹੋ ਜਾਊਗਾ, ਅਤੇ ਟਿਫਨ $2-2.5 ਦੇ ਕੇ ਪਰ ਮੰਥ ਕਾਫੀ ਅੱਛਾ ਘਰ ਦਾ ਟਿਫਨ ਹੀ ਮਿਲ ਰਿਹਾ, ਮੈਨੂੰ ਲੱਗਦਾ ਘਰ ਦੀ ਰੋਟੀ ਮਿਲ ਰਹੀ ਆ। ਤੇ ਟਿਫਨ ਸਰਵਿਸ ਦੇ ਬਾਰੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਿੰਨਾ ਕੁ ਖਰਚਾ ਆਉਂਦਾ ਹੈ ਜੇ ਮਹੀਨੇ ਦਾ ਪੂਰਾ ਟਿਫਨ ਲਗਵਾਉਣਾ, ਤੇ ਕੀ ਕੁਝ ਇਨਕਲੂਡ ਹੁੰਦਾ ਹੈ ਉਸ ਚੀਜ਼ ਦੇ ਵਿੱਚ? ਦੇਖੋ ਜੀ, ਮੈਂ ਤਾਂ $200 ਦੇ ਰਿਹਾ ਪਰ ਮੰਥ, ਉਹਦੇ 'ਚ ਮੈਨੂੰ 7 ਡੇਜ਼ ਵੀਕ ਟਿਫਨ ਆ ਰਿਹਾ। 2 ਸਬਜ਼ੀਆਂ ਹੁੰਦੀਆਂ ਨੇ, ਮੋਸਟਲੀ ਸਾਰੇ ਜਣੇ 2 ਸਬਜ਼ੀਆਂ ਦਿੰਦੇ ਨੇ, ਨਾਲ ਮੈਨੂੰ 8 ਰੋਟੀਆਂ ਆਉਂਦੀਆਂ ਨੇ, ਸਾਰੇ ਜਣੇ 8 ਰੋਟੀਆਂ ਦਿੰਦੇ ਵੀ ਨੇ। 2 ਸਬਜ਼ੀਆਂ ਹੋ ਗਈਆਂ, 8 ਰੋਟੀਆਂ ਹੋ ਗਈਆਂ, ਕਦੀ ਕਦੀ ਸਵੀਡਿਸ਼ ਹੁੰਦੀ ਆ ਹਫਤੇ 'ਚ 1 ਜਾਂ 2 ਦਿਨ, ਕਈ ਵਾਰ ਵੀਕਐਂਡ 'ਤੇ ਆਲੂ ਪਰੌਂਠੇ ਵੀ ਹੁੰਦੇ ਨੇ। ਇਸ ਲਈ ਮੈਨੂੰ ਲੱਗਦਾ ਅੱਛਾ ਚੱਲੀ ਜਾ ਰਿਹਾ ਜੀ। ਮੈਨੂੰ ਤਾਂ ਲੱਗਦਾ ਨਹੀਂ ਮੈਂ ਆ ਕੇ 1 ਜਾਂ 2 ਵਾਰ ਵੀ ਰੋਟੀ ਬਣਾਈ ਹੋਵੇ। ਠੀਕ ਹੈ, ਤੇ ਫਿਰ ਟਿਫਨ ਸਰਵਿਸ ਉਹ ਇੱਕ ਹਿਸਾਬ ਦਾ ਵਰਦਾਨ ਹੀ ਆ ਆਪਣੇ ਲਈ ਹੁਣ, ਕਿ ਕੁਝ ਬਣਾਉਣਾ ਨਹੀਂ ਆਉਂਦਾ, ਉਹ ਚੀਜ਼ ਸਭ ਤੋਂ ਵਧੀਆ ਰਹਿ ਰਹੀ ਆ। ਹਾਂਜੀ, ਮੈਨੂੰ ਤਾਂ ਇੱਦਾਂ ਹੀ ਲੱਗਦਾ ਜੀ। ਤੇ ਜੇਕਰ ਗੱਲ ਕਰੀਏ ਜਦੋਂ ਤੁਸੀਂ ਸਟੂਡੈਂਟ ਸੀਗੇ ਉਦੋਂ ਪਾਰਟ ਟਾਈਮ ਕੰਮ ਕਰਨਾ ਆਪਾਂ ਨੂੰ ਅਲਾਉਡ ਹੁੰਦਾ ਹੈ, ਤੇ ਪਾਰਟ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਫੀਸਾਂ ਵਗੈਰਾ ਬੰਦਾ ਈਜ਼ੀਲੀ ਕੱਢ ਸਕਦਾ ਹੈ? ਨਹੀਂ, ਪਾਰਟ ਟਾਈਮ ਦੇਖੋ ਜੀ, ਪਰਸਨ 20 ਆਵਰਸ ਹੀ ਕਰ ਰਿਹਾ ਜੋ ਕਿ ਅਲਾਉਡ ਹੈਗਾ, ਉਸ ਦੇ ਵਿੱਚ ਤਾਂ ਫੀਸਾਂ ਤਾਂ ਨਹੀਂ ਨਿਕਲਦੀਆਂ। ਪਰ ਹਾਂ, ਜੋ ਲਿਵਿੰਗ ਐਕਸਪੈਂਸ ਹੈਗਾ, ਮੈਨੂੰ ਅਰਾਊਂਡ ਜਦੋਂ ਮੈਂ ਆਇਆ ਸੀਗਾ ਉਦੋਂ ਜੋ ਮਿਨੀਮਮ ਪੇ ਰੇਟ ਸੀਗਾ ਅਰਾਊਂਡ ਮੇਬੀ 11 ਪੁਆਇੰਟ ਸਮਥਿੰਗ ਸੀ, ਅਤੇ ਮੈਨੂੰ 13 ਪੁਆਇੰਟ ਸਮਥਿੰਗ ਉਦੋਂ ਮਿਲਦਾ ਸੀ, ਮੇਬੀ 1350 ਮੈਨੂੰ ਮਿਲਦਾ ਸੀਗਾ, ਅਤੇ 1000 ਜਾਂ 1100 ਬਣਦੇ ਸੀਗੇ ਮਹੀਨੇ ਦੇ। ਪਰ ਠੀਕ ਹੈ, ਉਸ ਨਾਲ ਸਰੀ ਜਾ ਰਿਹਾ ਸੀਗਾ। ਹਾਂ, ਇੱਕ ਕੰਡੀਸ਼ਨ ਆ, ਪਰਸਨ ਆ ਕੇ ਗੱਡੀ ਨਾ ਲਵੇ। ਹਾਂ, ਜੇ ਗੱਡੀ ਲੈ ਲੂਗਾ ਤਾਂ ਨਹੀਂ ਸਰੂਗਾ, ਓਬਵੀਅਸ ਗੱਲ ਆ 1100 'ਚ। ਅਦਰਵਾਈਜ਼ ਸਰੀ ਜਾ ਰਿਹਾ ਸੀਗਾ ਜੀ। ਮੈਂ ਟਿਫਨ ਵੀ ਲਗਵਾਇਆ ਹੋਇਆ ਸੀਗਾ, ਤਾਂ ਬਸ ਗੱਡੀ ਨਹੀਂ ਸੀ ਲਈ ਹੋਈ, ਤਾਂ ਉਹ 1100 'ਚ ਅੱਛਾ ਸਰੀ ਜਾ ਰਿਹਾ ਸੀ। ਫਿਰ ਮੇਰਾ ਡਰੋਪ ਆ ਜਾਂਦਾ, ਜਿਵੇਂ ਪਹਿਲਾਂ ਵੀ ਦੱਸਿਆ ਵੀ ਜੇ ਕੋਆਪ ਵੀ ਉਹਦੇ ਵਿੱਚ ਹੋਵੇ ਪ੍ਰੋਗਰਾਮ 'ਚ ਤਾਂ ਅੱਛੀ ਫੀਸ ਅੱਛੀ ਨਿਕਲ ਜਾਂਦੀ ਹੈ, ਵਧੀਆ 2 ਸਮੈਸਟਰ ਦੀ ਫੀਸ ਤਾਂ ਨਿਕਲ ਜਾਂਦੀ ਹੈ ਕੋਆਪ ਅਤੇ ਡਰੋਪ ਦੇ ਨਾਲ। ਜੇ ਆਪਾਂ ਘਰ ਵਗੈਰਾ ਲੱਭਣਾ ਹੋਵੇ ਜਾਂ ਰੂਮ ਵਗੈਰਾ ਲੱਭਣਾ ਹੋਵੇ, ਤੇ ਉਦੋਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਹੈ? ਉਹ ਡਿਪੈਂਡ ਕਰਦਾ ਜੀ, ਪਰਸਨ ਬੇਸਮੈਂਟ ਦੇਖ ਰਿਹਾ ਜਾਂ ਅਪਰ ਪੋਰਸ਼ਨ ਦੇਖ ਰਿਹਾ। ਜੇ ਆਪਣੇ ਕੋਲ ਗਰੁੱਪ ਆਫ ਪੀਪਲ ਹੈਗੇ, ਔਰ ਜੇ ਆਪਣਾ ਗਰੁੱਪ ਯਾਨੀ ਫਰੈਂਡਸ ਦਾ ਇੱਕ ਗਰੁੱਪ ਹੈਗਾ 4 ਜਾਂ 5 ਜਣਿਆਂ ਦਾ, ਫਿਰ ਤਾਂ ਈਜ਼ੀਲੀ ਆਪਾਂ ਅਪਰ ਪੋਰਸ਼ਨ ਲੈ ਲੈਂਦੇ ਹਾਂ। ਬੇਸਮੈਂਟ 'ਚ ਕੁਛ ਲੋਕ ਕਹਿੰਦੇ ਆ ਜੀ, ਜਿਵੇਂ ਬਜ਼ੁਰਗ ਕਹਿੰਦੇ ਆ ਮੋਸਟਲੀ, ਮੈਂ ਆਪਣੀ ਗੱਲ ਕੀ ਕਹਾਂ, ਬਜ਼ੁਰਗ ਕਹਿੰਦੇ ਆ ਵੀ ਸਾਡੇ ਗੋਡੇ ਦੁਖਣ ਲੱਗ ਜਾਂਦੇ ਆ ਅਸੀਂ ਬੇਸਮੈਂਟ 'ਚ ਜਦੋਂ ਰਹਿੰਦੇ ਹਾਂ। ਪਰ ਅਪਰ ਪੋਰਸ਼ਨ ਚਲੋ ਇਹ ਵਧੀਆ, ਕੋਈ ਯਾਨੀ ਪੋਲਿਊਸ਼ਨ ਦਾ ਕੋਈ ਰੌਲਾ ਨਹੀਂ ਹੈਗਾ। ਜਾਂ ਫਿਰ ਜੇ ਬੇਸਮੈਂਟ 'ਚ ਆਪਾਂ ਰਹਿੰਦੇ ਹਾਂ ਤਾਂ ਜਿਹੜਾ ਕਿਚਨ ਦਾ ਜਿਹੜਾ ਧੂੰਆਂ ਵਗੈਰਾ ਹੁੰਦਾ ਉਹ ਵੱਧ ਜਾਂਦਾ, ਜਾਂ ਉੱਥੇ ਰਹਿਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਨੀਂਦ ਵਗੈਰਾ 'ਚ। ਅਦਰਵਾਈਜ਼ ਅਪਰ ਪੋਰਸ਼ਨ ਰਹਿਣ 'ਚ ਕੋਈ ਇਸ਼ੂ ਨਹੀਂ ਹੈਗਾ। ਪਰ ਹਾਂ, ਅੱਜ ਕੱਲ੍ਹ ਇਹ ਜ਼ਰੂਰ ਇਸ਼ੂ ਆ ਰਿਹਾ ਆ। ਮੈਂ ਫੋਰ ਐਗਜ਼ਾਮਪਲ ਬਰੈਂਪਟਨ ਦੀ ਗੱਲ ਕਰਾਂ ਤਾਂ ਲੋਕ ਕਹਿੰਦੇ ਆ ਜੀ ਇਕੱਲੇ ਮੁੰਡਿਆਂ ਨੂੰ ਨਹੀਂ ਆਪਾਂ ਘਰ ਦੇਣਾ, ਜਾਂ ਇਕੱਲੇ ਕੁੜੀਆਂ ਨੂੰ ਨਹੀਂ ਦੇਣਾ। ਜਿਹੜਾ ਵੀ ਪਰਸਨ ਮੈਨੂੰ ਸੁਣ ਰਿਹਾ ਆ, ਉਹ ਪਲੀਜ਼ ਬਰੈਂਪਟਨ ਦੇ ਲੋਕ ਜ਼ਰੂਰ ਇਹ ਧਿਆਨ ਦੇਣ ਬਈ ਯਾਰ ਮੁੰਡੇ ਵੀ ਵਧੀਆ ਹੁੰਦੇ ਨੇ। ਠੀਕ ਹੈ, ਅਤੇ ਤੁਸੀਂ ਇਹੀ ਨਾ ਇਕੱਲਾ ਰੱਖੋ। ਮੈਂ ਹੁਣ ਜਿਵੇਂ ਐਡਸ ਦੇਖਦਾ, ਗੁਰਦੁਆਰੇ ਐਡ ਦੇਖਦਾ, ਕਿਤੇ ਵੀ ਆਪਾਂ ਐਡ ਦੇਖ ਲਈ, ਜੀ ਦੀ ਆਪਾਂ ਐਡ ਦੇਖੀਏ ਓਨਲੀ ਫॉर ਗਰਲਸ, ਓਨਲੀ ਫॉर ਗਰਲਸ ਨਾ ਵੀ ਠੀਕ ਹੈ। ਮੰਨ ਲਈਏ ਦੇਖੋ ਕੁੜੀਆਂ ਵੀ ਕਾਫੀ ਵਧੀਆ ਨੇ, ਕੁਛ ਗਲਤ ਵੀ ਨੇ, ਉੱਦਾਂ ਹੀ ਕੁਛ ਮੁੰਡੇ ਗਲਤ ਨੇ, ਚੰਗੇ ਮੁੰਡੇ ਵੀ ਬਹੁਤ ਨੇ। ਇਸ ਲਈ ਇੱਦਾਂ ਦੀ ਕੋਈ ਇਕੱਲੀ ਕੰਡੀਸ਼ਨ ਲਗਾ ਦੇਣੀ ਵੀ ਓਨਲੀ ਫॉर ਗਰਲਸ। ਜਾਂ ਮੈਂ ਜਦੋਂ ਸਟਾਰਟਿੰਗ 'ਚ ਆਇਆ ਸੀ, ਮੈਂ 1-2 ਘਰ ਦੇਖੇ, ਮੈਨੂੰ ਕਹਿੰਦੇ ਜੀ 1-2 ਕੁੜੀਆਂ ਜੇ ਤੁਹਾਡੇ ਨਾਲ ਹੈਗੀਆਂ ਨੇ ਤਾਂ ਫਿਰ ਆਪਾਂ ਦੇ ਦਾਂਗੇ ਜੀ, ਇਕੱਲਿਆਂ ਮੁੰਡਿਆਂ ਨੂੰ ਨਹੀਂ ਦੇਣਾ। ਮੈਂ ਕਿਹਾ ਹੁਣ ਆਪਾਂ ਲਿਵਿੰਗ 'ਚ ਰਹਿਣ ਲੱਗ ਜਾਈਏ ਭਾਈ? ਨਹੀਂ ਸਾਡੇ ਕਹਿਣ ਦਾ ਮਤਲਬ ਜੀ ਇੱਦਾਂ ਨਹੀਂ ਹੈਗਾ ਜੀ, ਪਰ ਨਾ ਅਸੀਂ ਬੇਟਾ ਜੀ ਦੇ ਨਹੀਂ ਸਕਦੇ। ਅਤੇ ਹੈ ਜੀ ਇਹ ਇਸ਼ੂ ਜ਼ਰੂਰ ਆ ਰਿਹਾ, ਅਤੇ ਪਲੀਜ਼ ਮੁੰਡਿਆਂ ਨੂੰ ਦਿਆ ਕਰੋ ਭਾਈ, ਮੁੰਡੇ ਵਧੀਆ ਹੈਗੇ ਨੇ ਕਾਫੀ। ਕਹਿ ਰਹੇ ਹੋ ਕਿ ਇਹ ਮੇਨ ਰੀਜ਼ਨ ਹੈ, ਕਹਿੰਦੇ ਕਿ ਮੁੰਡੇ ਸਫਾਈ ਘੱਟ ਰੱਖਦੇ ਆ, ਉਹਦੇ ਬਾਰੇ ਕੀ ਕਹੋਗੇ? ਕਿ ਮੁੰਡਿਆਂ ਤੋਂ ਸਫਾਈ ਨਹੀਂ ਹੁੰਦੀ ਤਾਂ ਕਰਕੇ ਕਹਿੰਦੇ ਵੀ ਕੁੜੀਆਂ ਨਾਲ ਰਹਿਣ? ਨਹੀਂ ਦੇਖੋ ਜੀ, ਜ਼ਰੂਰੀ ਕੁਛ ਵੀ ਨਾ ਕੋਈ ਯਾਨੀ ਹਾਰਡ ਐਂਡ ਫਾਸਟ ਰੂਲ ਕਿਸੇ ਚੀਜ਼ ਦਾ ਵੀ ਨਹੀਂ ਹੁੰਦਾ ਵੀ ਆਪਾਂ ਕਹੀਏ ਵੀ ਇਹ ਤਾਂ ਜੀ ਇਹ ਕਲੀਅਰ ਆ, ਇੱਦਾਂ ਹੀ ਹੋਣਾ ਆ, ਇੱਦਾਂ ਨਹੀਂ ਹੈਗਾ। ਮੁੰਡੇ ਵੀ ਸਫਾਈ ਰੱਖਦੇ ਨੇ, ਕੁੜੀਆਂ ਉਹ ਵੀ ਜੀਆਂ ਵੀ ਹੈਗੀਆਂ ਨੇ ਜਿਹੜੀਆਂ ਸਫਾਈ ਨਹੀਂ ਰੱਖਦੀਆਂ, ਕੁੜੀਆਂ ਉਹ ਵੀ ਨੇ ਜਿਹੜੀਆਂ ਰੱਖਦੀਆਂ ਨੇ, ਉੱਦਾਂ ਹੀ ਮੁੰਡੇ ਨੇ ਕਈ ਸਫਾਈ ਰੱਖਦੇ ਆ। ਹੁਣ ਜਿਹੜੇ ਘਰ 'ਚ ਮੈਂ ਰਹਿ ਰਿਹਾ, ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਬਈ ਸਫਾਈ ਰੱਖਦੀ ਮੈਂ ਸਾਰੇ ਜਣੇ। ਚਲੋ ਡਿਊਟੀ ਬੰਦਾ ਡਿਵਾਈਡ ਕਰ ਲੈਂਦਾ ਵੀ ਉਹਨੇ ਕਿਚਨ ਸਾਫ਼ ਕਰਨਾ ਆ, ਉਹਨੇ ਇਹ ਸਾਫ਼ ਕਰਨਾ ਆ, ਤਾਂ ਹੋ ਜਾਂਦਾ, ਇੰਨਾ ਇਸ਼ੂ ਵੀ ਨਹੀਂ ਹੈ। ਤੇ ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਿਹਾ? ਮੈਂ ਇੱਥੇ 3 ਜੁਲਾਈ ਨੂੰ ਆਇਆ। ਹਲੇ ਨਵੇਂ ਹੀ ਆਏ ਹੋ? ਹਾਂਜੀ। ਤੇ ਕਿਵੇਂ ਦਾ ਲੱਗਿਆ ਫਿਰ ਕੈਨੇਡਾ ਦਾ ਐਕਸਪੀਰੀਅੰਸ? ਕੈਨੇਡਾ ਘੈਂਟ ਲੱਗਿਆ, ਬਸ ਥੋੜ੍ਹੀਆਂ ਪ੍ਰੋਬਲਮਸ ਵੀ ਨੇ, ਥੋੜ੍ਹਾ ਵਧੀਆ ਵੀ ਆ। ਜੇ ਪ੍ਰੋਬਲਮਸ ਦੀ ਗੱਲ ਕਰੀਏ ਤਾਂ ਪ੍ਰੋਬਲਮਸ ਕੀ ਆ ਫਿਰ ਕੈਨੇਡਾ ਦੀਆਂ?
ਜਦੋਂ ਨਵੇਂ ਆਉਣਾ ਇੱਕ ਤਾਂ ਮੇਜਰਲੀ ਤਾਂ ਬੱਸ ਦੀ ਆਉਂਦੀ ਹੈ ਸਟੂਡੈਂਟਸ ਨੂੰ ਜਿਹੜੀ ਆਉਂਦੀ ਆ, ਤੇ ਬਾਕੀ ਤਾਂ ਠੀਕ ਆ। ਹੋਰ ਤਾਂ ਮੈਨੂੰ ਹੁਣ ਤੱਕ ਕੋਈ ਪ੍ਰੋਬਲਮ ਆਈ ਨਹੀਂ, ਫੂਡ ਵਗੈਰਾ ਸਾਰਾ ਕੁਝ ਠੀਕ ਆ। ਤੇ ਇੰਡੀਆ ਦੇ ਵਿੱਚ ਫਿਰ ਗੱਡੀਆਂ ਦੇ ਗੇੜੇ ਕੱਢਣ ਦੀ ਆਦਤ ਸੀਗੀ, ਹੁਣ ਇੱਥੇ ਆ ਕੇ ਔਖਾ ਲੱਗਦਾ? ਬਾਈਕ ਦੇ, ਗੱਡੀਆਂ ਦੇ, ਤੇ ਉੱਥੇ ਜਿਹੜੇ ਨਜ਼ਾਰੇ ਨੇ ਯਾਰ ਦੋਸਤ, ਹਰੇਕ ਹੀ ਮਿਸ ਕਰਦਾ ਘਰਦਿਆਂ ਨੂੰ। ਤੇ ਜਦੋਂ ਤੁਸੀਂ ਆਏ ਸੀਗੇ, ਹਲੇ ਤੁਸੀਂ ਰੀਸੈਂਟਲੀ ਕਹਿ ਰਹੇ ਹੋ ਆਏ ਹੋ, ਤੇ ਫਿਰ ਆ ਕੇ ਸਭ ਤੋਂ ਪਹਿਲਾਂ ਕੁਆਰੰਟਾਈਨ ਕੀਤਾ ਹੋਊਗਾ? ਹਾਂਜੀ, ਮੈਂ ਕੁਆਰੰਟਾਈਨ ਕੀਤਾ। ਤੇ ਫਿਰ ਉਹ ਐਕਸਪੀਰੀਅੰਸ ਕਿਦਾਂ ਦਾ ਰਿਹਾ ਕਿ ਉੱਥੋਂ ਇੱਕੋ ਦਮ ਹੀ ਆ ਕੇ ਸੋਚਿਆ ਸੀਗਾ ਵੀ ਜਾ ਕੇ ਇੰਜੋਏ ਕਰਾਂਗੇ, ਆਉਂਦੇ ਸਾਰੇ ਇੱਥੇ ਤਾਂ ਫਸ ਗਏ? ਹਾਂ, ਉੱਥੇ ਇੱਕ ਵਾਰ ਤਾਂ ਲੱਗਿਆ ਔਖਾ, 3 ਦਿਨ ਔਖੇ ਰਹੇ ਬਸ। ਇਦੋਂ ਬਾਅਦ 'ਚ 11 ਦਿਨ ਤਾਂ ਈਜ਼ੀਲੀ ਲੰਘ ਗਏ। ਤੇ ਹੁਣ ਜੇ ਕੰਮ ਵਗੈਰਾ ਮਿਲ ਚੁੱਕਿਆ ਹੈ? ਹਾਂਜੀ, ਕੰਮ ਮਿਲ ਚੁੱਕਿਆ। ਕਿੱਥੇ ਕੰਮ ਕਰਦੇ ਹੋ ਤੁਸੀਂ? ਮਿਸੀਸਾਗਾ ਮਿਲਾਗਾ। ਵੇਅਰ ਹਾਊਸ ਦੇ ਵਿੱਚ? ਨਹੀਂ, ਪੀਜ਼ਾ ਪੈਕਿੰਗ ਦਾ ਸਟੋਰ ਹੈਗਾ ਉੱਥੇ। ਪੀਜ਼ਾ ਪੈਕਿੰਗ ਦਾ ਸਟੋਰ ਆ। ਤੇ ਕੰਮ ਵਗੈਰਾ ਜੇ ਗੱਲ ਕਰੀਏ, ਕਹਿੰਦੇ ਆ ਕਿ ਇੱਥੇ ਕੰਮ ਸੌਖੀ ਤਰ੍ਹਾਂ ਮਿਲਦਾ ਨਹੀਂ, ਮਿਹਨਤ ਕਰਨੀ ਪੈਂਦੀ ਆ। ਤੇ ਕੰਮ ਹੈ ਜਿਹੜਾ ਜੀ ਬਹੁਤ ਸੌਖਾ, ਈਜ਼ੀ, ਕੋਈ ਇੰਨਾ ਔਖਾ ਨਹੀਂ। ਇੰਡੀਆ ਨਾਲੋਂ ਬਹੁਤ ਜ਼ਿਆਦਾ ਸੌਖਾ ਕੰਮ ਹੈਗਾ। ਇੰਡੀਆ ਨਾਲੋਂ ਕੰਮ ਸੌਖਾ ਲੱਗਿਆ। ਤੇ ਜੇ ਗੱਲ ਕਰੀਏ ਰੈਂਟ ਵਗੈਰਾ ਦੀ, ਉਹ ਸਾਰਾ ਕੁਝ ਕਿੱਦਾਂ ਲੱਗਦਾ ਹੈ ਕਿ ਸੌਖਾ ਆ? ਕਿੰਨਾ ਕੁ ਰੈਂਟ ਆਉਂਦਾ ਆ ਜੇ ਕਮਰਿਆਂ ਦੀ ਗੱਲ ਕਰੀਏ? ਮੈਂ ਤਾਂ ਹਜੇ ਤੱਕ ਰੈਂਟ ਦਿੱਤੇ ਨਹੀਂ, ਮੈਂ ਮੇਰੇ ਵੀਰੇ ਕੋਲ ਹੀ ਆਇਆ ਤੇ ਉਹੀ ਕਰ ਰਹੇ ਨੇ। ਹਾਲੇ ਦੇ ਤੱਕ ਮਤਲਬ ਵੀਰੇ ਹੋਰੇ ਵਧੀਆ ਰੱਖ ਰਹੇ ਆ? ਹਾਂਜੀ, ਉਹਨਾਂ ਨੇ ਮੈਨੂੰ ਹਜੇ ਤੱਕ ਕੁਛ ਉਹ ਕਿਹਾ ਨਹੀਂ ਹੈਗਾ, ਵਧੀਆ ਹੈਗਾ ਸਾਰਾ ਕੁਝ, ਰੋਟੀ ਪਾਣੀ। ਤੇ ਤੁਹਾਨੂੰ ਪਤਾ ਤੁਸੀਂ ਬਹੁਤ ਲੱਕੀ ਹੋ, ਕਿਉਂਕਿ ਇੱਥੇ ਕਹਿੰਦੇ ਨੇ ਕਿ ਇੱਥੇ ਤਾਂ ਰਿਸ਼ਤੇਦਾਰ ਨਹੀਂ ਨਾਲ ਖੜਦੇ, ਵੀ 2 ਦਿਨ ਨਹੀਂ ਫ੍ਰੀ ਰੱਖਦੇ ਹੈਗੇ। ਨਹੀਂ, ਮੇਰੇ ਤਾਂ ਭਾਬੀ ਵੀ ਵੀਰਾ ਵੀ, ਮੈਨੂੰ ਹਜੇ ਤੱਕ, ਮੈਨੂੰ ਮਹੀਨੇ ਵਾਂਗੂ ਹੋ ਗਿਆ ਇਹਨੂੰ, ਹਜੇ ਤੱਕ ਕੋਈ ਉਹ ਨਹੀਂ, ਨਾ ਖਾਣੇ ਪੀਣੇ ਦਾ ਕੁਛ, ਨਾ ਕਾਸੇ ਦਾ ਨਥਿੰਗ। ਤੇ ਹੁਣ ਰੈਂਟ ਦੀ ਤਾਂ ਚਲੋ ਤੁਸੀਂ ਗੱਲ ਹੀ ਮੁਕਾਤੀ ਵੀ ਤੁਸੀਂ ਹਲੇ ਭਰ ਹੀ ਨਹੀਂ ਰਹੇ ਹੈਗੇ, ਤੇ ਕੋਈ ਹੋਰ ਪ੍ਰੋਬਲਮ ਹੋਈ ਹੋਵੇ ਜਿਹੜੀ? ਨਹੀਂ, ਹਜੇ ਤੱਕ ਮੈਨੂੰ ਹਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਆਈ। ਬਸ ਮੈਂ ਘੁੰਮਣ ਦੀ, ਹਜੇ ਤੱਕ ਤਾਂ ਮੈਂ ਜਿੱਦੇ ਦਾ ਆਇਆਗਾ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿ ਰਿਹਾ ਨੂੰ? ਸਾਨੂੰ ਲਾਈਕ 1.5 ਸਾਲ ਹੋ ਗਿਆ ਹੈ। 1.5 ਸਾਲ ਹੋ ਚੁੱਕਿਆ। ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਫਿਰ ਕੈਨੇਡਾ ਦਾ? ਬਹੁਤ ਵਧੀਆ ਰਿਹਾ ਹੈ। ਕਰੋਨਾ ਟਾਈਮ 'ਚ ਵਧੀਆ ਸੀ। ਕਾਲਜ ਸੀ ਪਹਿਲੇ ਤਾਂ ਸਾਰਾ ਅਸੀਂ ਆਨਲਾਈਨ ਕੀਤਾ ਰਾਈਟ, ਤਾਂ ਉਹਦੇ ਵਿੱਚ ਥੋੜੀ ਮੁਸ਼ਕਿਲ ਆਈ ਸੀ, ਬਟ ਵੀ ਮੈਨੇਜਡ ਤੇ ਆਪਾਂ ਪਾਸ ਕਰ ਲਿਆ। ਤੇ ਹੁਣ ਅਸੀਂ ਵਰਕ ਤੇ ਹਾਂ, ਵਰਕ ਪਰਮਿਟ ਤੇ। ਆਪਾਂ ਗੱਲ ਕਰ ਰਹੇ ਹਾਂ ਅੱਜ ਸਟੂਡੈਂਟ ਲਾਈਫ ਦੇ ਸਟਰਗਲਸ ਦੇ ਬਾਰੇ, ਕਿ ਕਿਹੜੇ ਸਟਰਗਲਸ ਕਰਨੇ ਪੈਂਦੇ। ਜਦੋਂ ਫਿਰ ਇੰਡੀਆ ਤੋਂ ਇੱਥੇ ਆਏ ਸੀਗੇ, ਉਦੋਂ ਸਭ ਤੋਂ ਵੱਡੀ ਮੇਨ ਪ੍ਰੋਬਲਮ ਕਿਹੜੀ ਲੱਗੀ ਤੁਹਾਨੂੰ? ਵੈਲ, ਮੇਨ ਪ੍ਰੋਬਲਮ ਸੀ ਸਾਰਾ ਕੁਝ ਮੈਨੇਜ ਕਰਨਾ, ਆਪਣਾ ਟਾਈਮ, ਸਟੱਡੀਜ਼ ਤੇ ਕੰਮ ਤੇ ਜਾਣਾ ਰਾਈਟ, ਤੇ ਸਾਰਾ ਕੁਝ ਇੱਥੇ ਮਾਹੌਲ ਵਿੱਚ ਢਲਣਾ ਰਾਈਟ। ਸੋ ਉਹਦੇ ਵਿੱਚ ਥੋੜਾ ਟਾਈਮ ਲੱਗਿਆ ਸੀ ਸਾਨੂੰ। ਤੇ ਜੇਕਰ ਆਪਾਂ ਇੱਥੇ, ਤੁਹਾਡਾ ਕੋਈ ਰਿਲੇਟਿਵ ਸੀਗਾ ਪਹਿਲਾਂ? ਮੇਰਾ ਬ੍ਰਦਰ ਸੀ। ਤੇ ਜੇਕਰ ਕਿਸੇ ਬੰਦੇ ਕੋਲੇ ਕੋਈ ਇੰਡੀਆ ਤੋਂ ਕੋਈ ਰਿਲੇਟਿਵ ਨਾ ਹੋਵੇ ਇੱਥੇ, ਤੇ ਫਿਰ ਉਹਦੇ ਲਈ ਕਿ ਤੁਹਾਨੂੰ ਕੀ ਲੱਗਦਾ ਕਿੱਦਾਂ ਮੈਨੇਜ ਕਰ ਸਕਦੇ ਆ? ਘਰ ਲੈਣਾ ਹੋਵੇ, ਆਉਂਦਿਆਂ ਸਾਰਾ ਅਕੋਮੋਡੇਸ਼ਨ ਦੇ ਲਈ? ਵੈਲ, ਇੰਡੀਆ 'ਚ ਵੀ ਅਸੀਂ ਘਰ ਲਾਈਕ ਇੱਥੇ ਪਹਿਲਾਂ ਹੀ ਕਰ ਸਕਦੇ ਹਾਂ ਬੁੱਕ, ਜਿੱਦਾਂ ਇੰਡੀਡ ਹੋ ਗਿਆ ਜਾਂ ਫਿਰ Airbnb ਤੋਂ। ਤੇ ਕੀ ਮੈਸੇਜ ਦੇਣੇ ਚਾਹੋਗੇ ਜਿਹੜੇ ਸਟੂਡੈਂਟਸ ਆ ਰਹੇ ਉਹਨਾਂ ਨੂੰ? ਵੈਲ, ਇੱਕ ਪੋਜ਼ਿਟਿਵਿਟੀ ਲੈ ਕੇ ਆਓ, ਤੁਹਾਡੇ ਅੰਦਰ એનર્ਜੀ ਹੋਣੀ ਚਾਹੀਦੀ ਹੈ, ਆਪਣੀ ਲਾਈਫ ਬਣਾਉਣੀ ਹੈ ਅੱਗੇ। ਠੀਕ ਹੈ, ਥੋੜਾ ਹਾਰਡ ਹੋਊਗਾ ਸਟਾਰਟਿੰਗ 'ਚ, ਸ਼ਿਫਟਾਂ ਲਾਉਣੀਆਂ ਫੈਮਿਲੀ ਤੋਂ ਦੂਰ ਐਂਡ ਆਲ, ਬਟ ਆਲ ਇਜ਼ ਵਰਥ ਰਾਈਟ। ਬਾਅਦ ਵਿੱਚ ਬਹੁਤ ਵਧੀਆ। ਐਂਡ ਕੈਨੇਡਾ, ਇਟ ਇਜ਼ ਰੀਅਲੀ ਗੁੱਡ। ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਕੈਨੇਡਾ ਦਾ? ਮੇਰਾ ਐਕਸਪੀਰੀਅੰਸ ਵਧੀਆ ਸੀਗਾ। ਲਾਈਕ ਸ਼ੁਰੂ ਤੋਂ ਹੀ ਪਹਿਲਾਂ ਕਾਲਜ ਗਏ ਹੈ ਨਾ, ਉੱਥੇ ਫਰੈਂਡਸ ਬਣੇ। ਓਬਵੀਅਸਲੀ ਪਹਿਲਾਂ ਕੋਈ ਫਰੈਂਡਸ ਨਹੀਂ ਸੀਗੇ ਸਾਡੇ, ਤੋਂ ਮਤਲਬ ਪਹਿਲਾ ਫਰੈਂਡ ਗਰੁੱਪ ਵਧੀਆ ਬਣਿਆ। ਕਾਲਜ ਕਰੋਨਾ ਟਾਈਮ ਆਇਆ, ਫਿਰ ਸਾਰੇ ਫਰੈਂਡਸ ਨੇ ਓਬਵੀਅਸਲੀ ਐਗਜ਼ਾਮ ਵਗੈਰਾ 'ਚ ਹੈਲਪ ਕੀਤੀ। ਫਸਟ ਆਫ ਆਲ ਜੌਬ ਤਾਂ ਨਹੀਂ ਸੀ ਮਿਲੀ ਅਸੀਂ, ਕਿਉਂਕਿ ਕਰੋਨਾ ਟਾਈਮ ਹੋ ਗਿਆ ਸੀਗਾ, ਸਾਰਾ ਕੁਝ ਬੰਦ ਹੋ ਗਿਆ ਸੀ ਹੈ ਨਾ, ਤੋਂ ਸਾਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਿਲ ਆਈ। ਫਸਟ 4 ਮੰਥ ਅਸੀਂ ਵਿਹਲੇ ਹੀ ਸੀਗੇ। ਉਸ ਤੋਂ ਬਾਅਦ ਚਲੋ ਮਿਲ ਗਈ ਸੀ ਫੁੱਲ ਟਾਈਮ, ਕਿਉਂਕਿ ਅਲਾਓ ਸੀਗਾ ਨਾ ਫੁੱਲ ਟਾਈਮ ਕੰਮ ਕਰਨਾ, ਤੋ ਦੈਟਸ ਵਾਈ ਲਾਈਕ ਹੁਣ ਤਾਂ ਅਸੀਂ ਵਰਕ ਪਰਮਿਟ 'ਤੇ ਹਾਂ। ਸਹੀ ਹੈ, ਹੁਣ ਅਸੀਂ UPS ਕਰ ਰਹੇ ਹਾਂ, ਬਟ ਅਸੀਂ ਹੁਣ ਫੁੱਲ ਟਾਈਮ ਅਪਲਾਈ ਕੀਤਾ ਆ Amazon, ਉਹ ਵੀ ਅਸੀਂ ਇੰਡੀਡ ਤੋਂ ਕੀਤਾ ਸੀਗਾ। ਐਂਡ ਬਹੁਤ ਸਹੀ ਸੀ, ਜਸਟ ਅਪਲਾਈ ਕੀਤਾ ਐਂਡ ਇੰਟਰਵਿਊ ਆ ਗਈ, ਅਸੀਂ ਦੇ ਕੇ ਆਏ ਹਾਂ 1-2-3 ਦਿਨ ਪਹਿਲਾਂ, ਐਂਡ ਹੁਣ ਬਸ ਹਾਇਰ ਹਾਂ। ਹਾਇਰਡ ਹੋ। ਤੇ ਜੇਕਰ ਗੱਲ ਕਰੀਏ ਸਟਰਗਲਸ ਦੇ ਬਾਰੇ, ਕਿਹੜੇ ਸਟਰਗਲਸ ਹੋਰ ਤੁਹਾਨੂੰ ਫੇਸ ਕਰਨੇ? ਪਹਿਲਾਂ ਜੇ ਤੁਸੀਂ ਇਕੱਲੇ ਆਉਂਦੇ ਹੋ ਤਾਂ ਤੁਹਾਨੂੰ ਘਰ ਵਗੈਰਾ ਲੱਭਣ 'ਚ ਮੁਸ਼ਕਿਲ ਆਉਂਦੀ ਹੈ, ਤੁਹਾਡੇ ਫਰੈਂਡਸ ਨਹੀਂ ਹੁੰਦੇ ਤੁਹਾਡੇ ਕੋਲ, ਮਤਲਬ ਤੁਸੀਂ ਇਕੱਲੇ ਹੁੰਦੇ ਹੋ। ਪਹਿਲਾਂ ਤਾਂ ਸਨੋ ਸੀ ਜਦ ਅਸੀਂ ਆਏ ਹੋਏ ਸੀਗੇ, ਤਾਂ ਸਨੋ 'ਚ ਟਰੈਵਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਆ। ਮੇਰਾ ਤਾਂ ਚਲੋ ਕਾਲਜ ਕੋਲ ਸੀ, ਬਟ ਜਿਹੜੇ ਸਟੂਡੈਂਟ ਦੂਰੋਂ ਆਉਂਦੇ ਆ 2-2 ਬੱਸਾਂ ਲੈ ਕੇ ਐਂਡ ਆਲ, ਫਿਰ ਓਬਵੀਅਸਲੀ ਹੈ ਨਾ, ਪਹਿਲਾਂ ਪਤਾ ਵੀ ਨਹੀਂ ਹੁੰਦਾ। ਚਲੋ ਇੱਦਾਂ ਹੁੰਦਾ ਹੈ ਕਿ ਤੁਸੀਂ ਇੰਡੀਆ ਤੋਂ ਹੀ ਨਾ ਪੁੱਛ ਕੇ ਆਓ ਫਰੈਂਡਸ ਨੂੰ ਕੀ ਹੁੰਦਾ ਆ, ਕਿੱਦਾਂ ਰਹਿਣਾ, ਰੈਂਟ ਉਹ ਮੈਨੇਜ ਕਰਨਾ ਤੁਹਾਨੂੰ ਆ ਜਾਏ, ਤਾਂ ਕਿ। ਤੇ ਜਦੋਂ ਪਾਰਟ ਟਾਈਮ ਕੰਮ ਕਰਦੇ ਸੀ, ਜੌਬ ਵਗੈਰਾ ਸਭ ਕੁਝ ਈਜ਼ੀਲੀ ਮਿਲ ਗਿਆ ਸੀ? ਪਾਰਟ ਟਾਈਮ ਨਹੀਂ, ਵਿੱਚ ਮਿਲੀ, ਵਿੱਚ ਨਹੀਂ ਮਿਲੀ। ਲਾਈਕ ਅਸੀਂ ਸ਼ਿਫਟਸ ਵਗੈਰਾ ਚੱਕਦੇ ਹੁੰਦੇ ਸੀਗੇ, ਤਾਂ ਪਾਰਟ ਟਾਈਮ ਤਾਂ ਮਿਲਦਾ ਨਹੀਂ ਹੈਗਾ ਨਾ,
ਲਾਈਕ ਫੁੱਲ ਟਾਈਮ ਹੀ ਸਾਰੇ ਪ੍ਰੈਫਰ ਕਰਦੇ ਆ ਕਿ ਤੁਸੀਂ ਫੁੱਲ ਟਾਈਮ ਅਵੇਲੇਬਲ ਹੋਵੋ। ਪਾਰਟ ਟਾਈਮ ਮਸਾਂ ਮਿਲਿਆ ਸੀਗਾ ਲਾਈਕ ਵਿੱਚ ਸਾਡੇ ਸਮੈਸਟਰ ਵਿੱਚ ਡ੍ਰੌਪ ਹੁੰਦਾ ਹੈ ਨਾ ਮੰਥ ਦਾ, ਉਹ ਤੋਂ ਫੁੱਲ ਟਾਈਮ ਕਰ ਲੈਂਦੇ ਹੁੰਦੇ ਸੀਗੇ ਬਟ ਘੱਟ ਹੀ ਮਿਲਿਆ ਸੀਗਾ ਕੰਮ। ਹੁਣ ਚਲੋ ਕਰਦੇ ਹਾਂ ਅਸੀਂ ਰੈਗੂਲਰ। ਕਿਹਾ ਜਾਂਦਾ ਹੈ ਕਿ ਅਕਸਰ ਹੀ ਕਿ ਏਜੰਸੀਆਂ ਵਾਲੇ ਤੰਗ ਬਹੁਤ ਕਰਦੇ ਆ, ਇਹ ਹੋਇਆ ਕਦੇ? ਬਟ ਮੇ ਵੀ ਕਦੇ ਕਦੇ ਅਸੀਂ ਵੀ ਤੰਗ ਕਰਦੇ ਨੇ, ਕਦੇ ਕਦੇ ਸ਼ਿਫਟ ਚੱਕ ਕੇ ਨਹੀਂ ਜਾਂਦੇ ਹੁੰਦੇ ਬਟ ਲਾਈਕ ਹਾਂ ਕਈ ਨਹੀਂ ਦਿੰਦੇ, ਜਦੋਂ ਸਾਨੂੰ ਚਾਹੀਦਾ ਹੁੰਦਾ ਉਦੋਂ ਨਹੀਂ ਦਿੰਦੇ ਕੰਮ, ਬਟ ਜਦੋਂ ਉਹਨਾਂ ਨੂੰ ਉਦੋਂ ਫੋਨ ਕਾਲ ਸਾਰੇ ਏਜੰਸੀਜ਼ ਦੇ ਇਕੱਠੇ ਹੀ ਆ ਜਾਂਦੇ ਆ, ਤੇ ਜਦੋਂ ਅਸੀਂ ਕਰਦੇ ਆ ਸਾਰੇ ਕੋਈ ਚੱਕਦਾ ਨਹੀਂ, ਕੋਈ ਕਹਿੰਦਾ ਹੈ ਕਿ ਹੈ ਨਹੀਂ ਕੰਮ ਜਾਂ ਇੱਦਾਂ ਤਾਂ। ਇਹ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਟੂਡੈਂਟਸ ਨੂੰ ਜਿਹੜੇ ਆ ਰਹੇ ਆ? ਹੁਣ ਤਾਂ ਚਲੋ ਸਭ ਕੁਝ ਖੁੱਲ੍ਹ ਗਿਆ ਆ, ਸਾਰਿਆਂ ਵਾਸਤੇ ਵਧੀਆ ਹੋ ਗਿਆ ਹੈ ਨਾ, ਜਸਟ ਠੀਕ ਆ ਮੈਨੇਜ ਕਰਨਾ ਆਉਣਾ ਚਾਹੀਦਾ ਆ, ਡਰਨਾ ਨਹੀਂ, ਲਾਈਕ ਸਕੂਲ ਹੀਅਰ। ਸਤਿ ਸ਼੍ਰੀ ਅਕਾਲ ਸਰ, ਤੁਹਾਡਾ ਨਾਮ? ਮੇਰਾ ਨਾਮ ਗੁਰਮੀਤ ਸਿੰਘ ਗਿੱਲ ਹੈ ਜੀ। ਕਿੰਨਾ ਸਮਾਂ ਹੋ ਗਿਆ ਕੈਨੇਡਾ ਰਹਿਣ ਨੂੰ? ਮੈਨੂੰ 4 ਸਾਲ ਹੋ ਗਏ ਜੀ। 4 ਸਾਲ ਹੋ ਗਿਆ। ਤੇ ਕਿਹੜੇ ਬੇਸ ਤੇ ਆਏ ਸੀਗੇ ਕੈਨੇਡਾ? ਮੈਂ ਸਪਾਊਸ ਕੇਸ ਆਇਆ ਜੀ। ਸਪਾਊਸ ਕੇਸ ਆਏ ਸੀਗੇ। ਤੇ ਅੱਜ ਕੱਲ ਚਲੋ ਆਪਣਾ ਗੱਲ ਤਾਂ ਵੈਸੇ ਆਪਾਂ ਸਟੂਡੈਂਟ ਕੇਸ ਦੀ ਕਰ ਰਹੇ ਹਾਂ, ਪਰ ਸਪਾਊਸਲ ਕੇਸ ਨੂੰ ਲੈ ਕੇ ਵੀ ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ, ਮੁਸ਼ਕਿਲਾਂ ਜਿਹੜੀਆਂ ਅੱਜ ਕੱਲ ਹੋ ਰਹੀਆਂ ਨੇ, ਉਹਦੇ ਬਾਰੇ ਪਹਿਲਾਂ ਦੱਸ ਦਿਓ ਕਿ ਉਹਦੇ ਬਾਰੇ ਕੀ ਕਹੋਗੇ ਤੁਸੀਂ? ਨਹੀਂ, ਮੈਂ ਇਦਾਂ ਕਹਿਣਾ ਚਾਹੁੰਦਾ ਹੀ ਮਤਲਬ ਸਾਰੀਆਂ ਕੁੜੀਆਂ ਇਦਾਂ ਦੀਆਂ ਨਹੀਂ ਹੋ ਸਕਦੀਆਂ ਨਾ, ਮਤਲਬ ਸਾਰੇ ਮੁੰਡੇ ਨਹੀਂ, ਕੋਈ ਮਤਲਬ ਬਹੁਤ ਸਾਰੀਆਂ ਕੁੜੀਆਂ ਇਦਾਂ ਜਿੱਦਾਂ ਹੁਣ ਮੈਂ ਆਇਆ ਸੀਗਾ ਜੀ, ਤੇ ਸਾਡੇ ਦੋਨਾਂ ਦੀ ਅੰਡਰਸਟੈਂਡਿੰਗ ਬਹੁਤ ਵਧੀਆ ਸੀ ਹੈ ਨਾ। 4 ਸਾਲ ਹੋ ਗਏ ਇਕੱਠੇ ਰਹਿੰਦੇ ਨੂੰ, ਸਾਨੂੰ ਇਹ ਜੀ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਪਰ ਹੁਣ ਜੇ ਹਿਸਾਬ ਨਾਲ ਨਾ ਕੇਸ ਹੋ ਰਹੇ ਆ, ਕਿੰਨੇ ਜਾਣੇ ਇੰਡੀਆ ਤੋਂ ਵੀ ਆ ਰਹੇ ਆ ਨਾ, ਇਦਾਂ ਉਹਨਾਂ ਨਾਲ ਹੋ ਰਿਹਾ, ਕੁਝ ਵੀ ਹੋ ਰਿਹਾ, ਪਰ ਉਹ 'ਚ ਉਹਨਾਂ ਕੁੜੀਆਂ ਦੀ ਵੀ ਗਲਤੀ ਹੈ ਜੇ ਅਕਸਰ ਮੁੰਡੇ ਵਾਲਿਆਂ ਨੇ ਪੈਸੇ ਲਾਏ ਆ ਹੈ ਨਾ, ਤੇ ਫਿਰ ਉਹਨਾਂ ਨੂੰ ਇੱਥੇ ਉਹਨਾਂ ਨੂੰ ਚਾਹੀਦਾ ਇਨਵਾਈਟ ਕਰਨਾ, ਸੱਦਣਾ ਚਾਹੀਦਾ ਇੱਥੇ ਸਾਰਾ ਹੈ ਨਾ। ਤੇ ਪਰ ਇਹ 'ਚ ਕੁੜੀਆਂ ਦੀ ਗਲਤੀ ਹੈਗੀ ਵੀ ਹੈ, ਪਰ ਸਾਰੀ ਨਹੀਂ ਕਹਿ ਸਕਦੇ, ਮਤਲਬ ਸਾਰੀਆਂ ਕੁੜੀਆਂ ਨਹੀਂ ਹੋ ਸਕਦੀਆਂ, ਹਾਫ ਹਾਫ ਹੈ। ਤੇ ਜੇ ਗੱਲ ਕਰੀਏ ਜਦੋਂ ਕੈਨੇਡਾ ਆਏ ਸੀਗੇ ਉਦੋਂ ਕਿਹੜੀਆਂ ਮੁਸ਼ਕਿਲਾਂ ਸਾਹਮਣਾ ਕਰਨੀਆਂ ਪਈਆਂ? ਪਹਿਲਾਂ ਤਾਂ ਹੀ ਥੋੜ੍ਹਾ ਬਹੁਤਾ ਕੰਮ ਦਾ ਹੋ ਜਾਂਦਾ ਨਹੀਂ, ਭਾਵੇਂ ਵਰਕ ਪਰਮਿਟ 'ਤੇ ਹੀ, ਪਰ ਫਿਰ ਵੀ ਥੋੜ੍ਹਾ ਬਹੁਤਾ ਕੰਮ 'ਚ ਲੱਭਣ 'ਚ ਬਹੁਤ ਆਉਂਦੀ ਹੈ ਪਹਿਲਾਂ ਨਹੀਂ। ਇੱਕ ਥੋੜ੍ਹੀ ਜਿਹੀ ਇੱਦਾਂ ਹੁੰਦਾ ਜੀ, ਇੰਡੀਆ ਤੋਂ ਪੰਜਾਬੀ ਬੋਲਦੇ ਆ ਰਹੇ, ਇੱਥੇ ਥੋੜ੍ਹੀ ਇੰਗਲਿਸ਼ ਦਾ ਚੱਕਰ ਪੈ ਜਾਂਦਾ ਨਹੀਂ, ਉਹ ਵੀ ਥੋੜ੍ਹਾ ਜਿਹਾ ਹੋ ਰਿਹਾ ਸੀਗਾ। ਪਰ ਹੁਣ ਕੰਮ ਸਾਰਾ ਕੁਛ ਨਹੀਂ ਵਧੀਆ, ਹੌਲੀ ਹੌਲੀ ਸਾਰਾ ਭੇਤ ਆ ਜਾਂਦਾ, ਹੁਣ ਕੋਈ ਇਹ ਜੀ ਕੋਈ ਪ੍ਰੋਬਲਮ ਨਹੀਂ ਗਈ। ਜਿਹੜਾ ਰੈਂਟ ਵਗੈਰਾ ਹੈ ਉਹਦੀ ਗੱਲ ਕਰੀਏ ਤਾਂ ਉਹ ਕਿੰਨਾ ਕੁ ਆਉਂਦਾ ਆ ਇੱਕ ਮੰਥ ਦਾ? ਇੱਕ ਜੇ 2 ਪਰਸਨਸ ਨੇ, ਹਸਬੈਂਡ ਵਾਈਫ ਨੇ ਰਹਿਣਾ ਹੋਵੇ ਤਾਂ ਜਿੱਦਾਂ ਹੀ 800 ਤੋਂ 1000 ਦੇ ਵਿੱਚ ਆਉਂਦਾ, ਤੇ ਉਹ ਵਧੀਆ ਹੋ ਰਿਹਾ ਜੀ, ਕੋਈ ਮਤਲਬ ਇੱਦਾਂ ਪ੍ਰੋਬਲਮ ਨਹੀਂ ਆ ਰਹੀ ਕੋਈ ਰੈਂਟ ਦਾ ਜਾਂ ਕੁਛ, ਵਧੀਆ ਸਾਰਾ ਕੁਛ ਵਧੀਆ ਚੱਲ ਰਿਹਾ ਜੀ। ਤੇ ਇਹ ਕਹਿੰਦੇ ਹੁੰਦੇ ਆ ਕਿ ਸਫਾਈ ਨੂੰ ਲੈ ਕੇ ਕੈਨੇਡਾ ਦੇ ਵਿੱਚ ਕਾਫੀ ਰੌਲਾ ਪੈਂਦਾ ਘਰਾਂ ਦੇ ਵਿੱਚ ਕਿ ਵਾਸ਼ਰੂਮ ਨਹੀਂ ਸਾਫ਼, ਇਹ ਚੀਜ਼ ਨਹੀਂ ਸਾਫ਼, ਉਹਦੇ ਇਦਾਂ ਦੀ ਕਦੇ ਕੁਝ ਆਇਆ ਹੋਵੇ ਸਾਹਮਣੇ? ਨਹੀਂ, ਆਪਾਂ ਤਾਂ ਦੇਖੋ ਜੀ ਆਪ ਹੀ ਰਹਿਣਾ ਨਹੀਂ, ਜੇ ਕੋਈ ਨਹੀਂ ਕਰਦਾ ਪਿਆ ਉਹ ਤਾਂ ਹੁਣ ਉਹਨੂੰ ਵੀ ਪਤਾ ਵੀ ਕਿਵੇਂ ਰਹਿਣਾ ਕਿਵੇਂ ਨਹੀਂ, ਪਰ ਆਪਾਂ ਅੱਜ ਤੱਕ ਕੋਈ ਕੰਪਲੇਂਟ ਨਹੀਂ ਹੈ। ਸਾਨੂੰ 2.5-3 ਸਾਲ ਹੀ ਹੋ ਚੁੱਕਿਆ ਸੀ ਇੱਕ ਬੇਸਮੈਂਟ 'ਚ ਹੀ ਰਹਿ ਰਹੇ, ਅੱਜ ਤੱਕ ਕੋਈ ਓਨਰ ਵੱਲੋਂ ਕੰਪਲੇਂਟ ਨਹੀਂ ਆਈ, ਕੋਈ ਕਿਸੇ ਵੱਲੋਂ ਨਹੀਂ ਆਏਗੀ। ਮਤਲਬ ਆਪਾਂ ਵਧੀਆ ਸਫਾਈ ਰੱਖਦੇ ਆਪਣੀ, ਜੇ ਆਪਾਂ ਆਪ ਰੱਖਾਂਗੇ ਆਪ ਦਾ ਵੀ ਥੋੜ੍ਹੇ ਬਿਮਾਰੀਆਂ ਤੋਂ ਵੀ ਬਚਤ ਹੋਊਗੀ ਨਹੀਂ, ਸਾਰਾ ਕੁਛ ਇੱਦਾਂ, ਪਰ ਥੋੜ੍ਹਾ ਜਿਹਾ ਆਪਦੇ ਆਪ ਨੂੰ ਹੀ ਕਰਨਾ ਪੈਂਦਾ ਜੀ। ਤੇ ਜਿਹੜੇ ਹੁਣ ਸਟੂਡੈਂਟਸ ਆ ਰਹੇ ਆ ਜਾਂ ਫਿਰ ਸਪਾਊਸਿਸ ਵੀਜ਼ੇ ਤੇ ਆ ਰਹੇ ਆ ਜਿਹੜੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਦੀਆਂ ਕਿਹੜੀਆਂ ਤਿਆਰੀਆਂ ਆ ਜਿਹੜਾ ਪਹਿਲਾਂ ਹੀ ਇੰਡੀਆ ਤੋਂ ਕਰਕੇ ਉਹਨਾਂ ਨੂੰ ਮੈਮ ਇੱਦਾਂ ਹੀ ਤਾਂ ਮਤਲਬ ਆਪਦਾ ਆ ਕੇ ਨਾ ਇੱਥੇ ਵਧੀਆ ਕੰਮ ਕਰਨ, ਤੇ ਕੰਮ ਮਿਲ ਜਾਂਦਾ, ਮਤਲਬ ਇਹ ਨਹੀਂ ਕੋਈ ਇੱਦਾਂ ਆਪਾਂ ਹੈ ਨਾ ਇੰਡੀਆ ਵਾਲੇ ਸੋਚਣ ਵੀ ਉੱਥੇ ਕੰਮ ਨਹੀਂ ਮਿਲਣਾ, ਜੇ ਆਪਾਂ ਕਹੀਏ ਕੰਮ ਮਿਲ ਜਾਂਦਾ ਥੋੜ੍ਹਾ ਕੁ ਨਾ ਕਰਨਾ ਪੈਂਦਾ, ਸਟਰਗਲ ਕਰਨੀ ਪੈਂਦੀ, ਇੱਧਰ ਉੱਧਰ ਜਾਣਾ ਪੈਂਦਾ, ਤੇ ਮਤਲਬ ਆ ਕੇ ਵਧੀਆ ਸਟੱਡੀ ਕਰਨ, ਸਾਰਾ ਕੁਝ ਵਧੀਆ ਹੋ ਜਾਊਗਾ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਰਹਿ ਰਿਹਾ? ਮੈਨੂੰ ਇੱਥੇ 20 ਤੋਂ 25 ਦਿਨ ਹੋਏ ਜੀ ਸਾਰੇ। ਹਾਂਜੀ, ਹਲੇ 20-25 ਦਿਨ ਹੀ ਹੋਏ ਨੇ? ਯੈਸ, ਹਾਂਜੀ। ਮੈਂ ਇੱਥੇ 30 ਤਰੀਕ ਨੂੰ ਆਇਆ ਸੀਗਾ, 30 ਜੂਨ ਨੂੰ। ਉਦੋਂ ਬਾਅਦ ਮੇਰਾ ਕੁਆਰੰਟਾਈਨ ਚਾਲੂ ਹੋ ਗਿਆ, ਫਿਰ ਮੈਂ 14 ਦਿਨ ਕੁਆਰੰਟਾਈਨ ਰਿਹਾ, ਫਿਰ ਉਦੋਂ ਬਾਅਦ ਮੈਂ ਰਿਲੀਜ਼ ਹੋਇਆ, ਤੇ ਫਿਰ ਮੈਂ ਆਪਣੇ ਰੂਮ 'ਤੇ ਇੱਥੇ ਕਚੀਜੀ ਐਪ ਸੀਗਾ, ਉੱਥੋਂ ਰੂਮ ਕਈ ਸਰਚ ਕੀਤੇ, ਕਈਆਂ ਦਾ ਰੈਂਟ ਹਾਈ ਸੀ, ਕਈਆਂ ਦਾ ਘੱਟ ਸੀਗਾ, ਤਾਂ ਕੁਝ ਜਿਵੇਂ ਮੈਨੂੰ ਵਧੀਆ ਲੱਗਾ, ਮੈਂ ਆਪ ਪਰਸਨਲ ਇਕੱਲਾ ਰਹਿਣਾ ਵਧੀਆ ਪਸੰਦ ਕਰਦਾ, ਤਾਂ ਫਿਰ ਮੈਨੂੰ ਕੁਝ ਰੂਮ ਸਿਲੈਕਟ ਕੀਤੇ, ਫਿਰ ਉਹਨਾਂ 'ਚੋਂ ਮੈਨੂੰ ਇੱਕ $600 ਵਾਲਾ ਰੂਮ ਪਰ ਮੰਥ ਦੇ ਰੈਂਟ ਦੇ ਹਿਸਾਬ ਨਾਲ ਮਿਲਿਆ, ਫਿਰ ਮੈਂ ਉੱਥੇ ਰਹਿ ਰਿਹਾ ਇਸ ਟਾਈਮ। ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕੁਆਰੰਟਾਈਨ ਦੀ ਗੱਲ ਕੀਤੀ ਆ, ਕੋਵਿਡ ਦਾ ਟਾਈਮ ਚੱਲ ਰਿਹਾ, ਸਭ ਤੋਂ ਪਹਿਲਾਂ ਤਾਂ ਇਹੀ ਚੀਜ਼ ਪੁੱਛੀ ਜਾਂਦੀ ਆ ਹਰੇਕ ਜਿਨ੍ਹਾਂ ਨੇ ਆਉਣਾ ਹੈ ਸਟੂਡੈਂਟਸ ਵੱਲੋਂ ਕਿ ਕੁਆਰੰਟਾਈਨ ਦਾ ਕੀ ਪ੍ਰੋਸੈਸ ਆ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸ ਦਿਓ ਕਿ ਕਿੱਦਾਂ ਸਾਰਾ ਕੁਝ ਇੰਡੀਆ ਤੋਂ ਸਾਰਾ ਕੁਝ ਕਰਨਾ ਪੈਂਦਾ ਹੈ ਇੱਥੇ ਆ ਕੇ? ਹਾਂਜੀ, ਕੁਆਰੰਟਾਈਨ ਤਾਂ ਮੋਸਟਲੀ ਇੰਡੀਆ ਤੋਂ ਹੀ ਕਰਨਾ ਪੈਂਦਾ, ਕਿਉਂਕਿ ਅਰਾਈਵ ਕੈਨ ਐਪਲੀਕੇਸ਼ਨ 에ਅਰਪੋਰਟ 'ਤੇ ਚੈੱਕ ਹੁੰਦੀ ਹੈ, ਉਹਦੇ ਬਾਅਦ 'ਚ ਹੀ ਆਪਾਂ ਨੂੰ ਉੱਥੋਂ ਐਕਸੈਸ ਮਿਲਦੀ ਹੈ। ਮੋਸਟਲੀ ਆਪਾਂ ਨੂੰ 3 ਦਿਨ ਕੁਆਰੰਟਾਈਨ ਗਵਰਨਮੈਂਟ ਅਪਰੂਵਡ ਹੋਟਲ 'ਚ ਕਰਨਾ ਪੈਂਦਾ, ਜਿਹਦੀ ਰੇਂਜ ਹੁੰਦੀ ਆ ਕੁਝ $900 ਤੋਂ $1,200 3 ਦਿਨ ਵਾਸਤੇ। ਉਦੋਂ ਬਾਅਦ 'ਚ ਆਪਾਂ 11 ਦਿਨ ਜਾਂ 14 ਦਿਨ ਦਾ ਆਪਣੇ ਹੋਰ ਕੁਆਰੰਟਾਈਨ ਸਿਲੈਕਟ ਕਰਨਾ ਹੁੰਦਾ, ਉਹ ਆਪਾਂ ਕਚੀਜੀ ਐਪ ਤੋਂ ਕਰ ਸਕਦੇ ਹਾਂ, ਜਾਂ ਆਪਣੇ ਕੋਈ ਫਰੈਂਡਸ ਵਗੈਰਾ ਇੱਥੇ ਆਲਰੇਡੀ ਹੈਗੇ, ਉਹਨਾਂ ਦੇ ਕੰਟੈਕਟਸ ਹੁੰਦੇ ਨੇ,
ਉਹਨਾਂ ਤੋਂ ਆਪਾਂ ਪੁੱਛ ਸਕਦੇ ਨੇ। ਫਿਰ ਮੈਂ ਵੀ ਇਸੇ ਤਰ੍ਹਾਂ ਮੈਂ ਆਪ ਬੁੱਕ ਕੀਤਾ ਸੀਗਾ ਆਪਣਾ 3 ਦਿਨ ਹੋਟਲ ਵਾਲਾ ਵੀ, ਉਹ ਵੀ ਮੈਨੂੰ ਕੁਝ 970 ਅਪਰੋਕਸ ਪਿਆ ਸੀ 3 ਦਿਨ ਦਾ। ਉਹਦੇ ਵਿੱਚ ਜਿਹੜਾ ਮੇਰਾ 14 ਦਿਨ ਦਾ ਸੀਗਾ ਉਹ ਮੇਰੇ ਫਰੈਂਡ ਨੇ ਮੈਨੂੰ ਉੱਥੇ ਆਪਣੇ ਘਰੇ ਰੱਖਿਆ ਹੋਇਆ ਸੀਗਾ। ਜਿਵੇਂ ਰੈਂਟ ਦੀ ਗੱਲ ਕਰ ਰਹੇ ਹਾਂ, ਰੂਮ ਰੈਂਟਲਸ ਦੀ, ਤੇ ਕਿੰਨਾ ਕੁ ਔਖਾ ਲੱਗਦਾ ਹੈ ਕਿਤੇ ਰੂਮ ਲੱਭਣਾ? ਕਿੰਨਾ ਕੁ ਟਾਈਮ ਲੱਗ ਜਾਂਦਾ ਜੇ ਆਪਾਂ ਰੂਮ ਲੱਭਣਾ ਹੋਵੇ ਤਾਂ? ਹਾਂਜੀ, ਮੋਸਟਲੀ ਕਚੀਜੀ ਐਪ ਤੇ ਬਹੁਤ ਸਾਰੇ ਰੂਮ ਅਵੇਲੇਬਲ ਆ, ਪਰ ਪਰਫੈਕਟ ਲੋਕੇਸ਼ਨ ਜਿਹੜੀ ਆਪਾਂ ਨੂੰ ਚਾਹੀਦੀ ਆ ਉਹ ਕਦੇ-ਕਦਾਰ ਬਹੁਤ ਮੁਸ਼ਕਿਲ ਹੁੰਦੀ ਆ। ਉਹ ਪਰਫੈਕਟ ਲੋਕੇਸ਼ਨ ਲੱਭਣ ਨੂੰ ਆਪਾਂ ਨੂੰ ਕਈ ਵਾਰ ਟਾਈਮ ਲੱਗ ਜਾਂਦਾ। ਜਿੱਦਾਂ ਕਈ ਲੋਕੇਸ਼ਨ ਜਿੱਦਾਂ ਸਟੂਡੈਂਟਸ ਨੂੰ ਚਾਹੀਦਾ ਹੈ, ਜਿਵੇਂ ਉਸ ਸਪੇਸ ਤੇ ਉਹਨਾਂ ਦਾ ਰੂਮ ਹੋਣਾ ਚਾਹੀਦਾ ਜਿੱਥੋਂ ਉਹਨਾਂ ਨੂੰ ਬੱਸ ਸਟਾਪ ਵਗੈਰਾ ਐਂਡ ਕੋਈ ਪਲਾਜ਼ਾ ਵਗੈਰਾ ਲਾਗੇ ਪਵੇ। ਤਾਂ ਇਹ ਚੀਜ਼ ਨੂੰ ਥੋੜਾ ਉਹਨਾਂ ਨੂੰ ਮੈਂਸ਼ਨ ਥੋੜੀ ਪ੍ਰਾਇੋਰਟੀ ਤੇ ਰੱਖ ਕੇ ਤੇ ਉਹਨਾਂ ਨੂੰ ਇਸ ਤਰ੍ਹਾਂ ਸਿਲੈਕਟ ਕਰਨਾ ਚਾਹੀਦਾ ਰੂਮ। ਸੋ ਕਚੀਜੀ ਤੇ ਆਲਮੋਸਟ 5 ਤੋਂ 7 ਦਿਨਾਂ 'ਚ ਉਹਨਾਂ ਨੂੰ ਰੂਮ ਮਿਲ ਜਾਂਦਾ ਹੈ। ਯਾਨੀ ਜਿਵੇਂ ਆਪਾਂ ਡੇਟ ਆਪਣੀ 5 ਤਰੀਕ ਆ ਤਾਂ ਆਪਾਂ ਉਦੋਂ 5 ਜਾਂ 7 ਦਿਨ ਪਹਿਲਾਂ ਟਰਾਈ ਕਰਨਾ, ਕੋਸ਼ਿਸ਼ ਕਰਨੀ ਹੈ ਕਿ ਵੀ ਆਪਾਂ ਉਦੋਂ ਸਿਲੈਕਟ ਕਰੀਏ। ਤੇ ਇੱਥੇ ਕੈਨੇਡਾ ਇਹ ਰੂਲ ਆ ਕਿ ਉਹ ਜਿਹੜਾ ਵੀ ਓਨਰ ਆ ਉਹ 2 ਮੰਥ ਦਾ ਰੈਂਟ ਐਡਵਾਂਸ ਲੈਂਦੇ ਨੇ, ਇੱਕ ਤਾਂ ਫਸਟ ਮੰਥ ਇੱਕ ਲਾਸਟ ਮੰਥ, ਤੇ ਉਹ $100 ਸਿਕਿਉਰਿਟੀ ਵੀ ਲੈਂਦੇ ਆ, ਬਟ ਸਿਕਿਉਰਿਟੀ ਉਹ ਵਾਪਸ ਕਰ ਦਿੰਦੇ, ਰੈਂਟ ਨਹੀਂ ਵਾਪਸ। 2 ਮੰਥ ਤਾਂ ਰਹਿਣਾ ਹੀ ਪੈਂਦਾ ਆਪਾਂ ਨੂੰ। 2 ਮੰਥ ਰਹਿਣਾ ਪੈਂਦਾ ਹੈ। ਤੇ ਇੱਕ ਹੁੰਦਾ ਕਿ ਇੱਥੇ ਕਹਿੰਦੇ ਆ ਕਿ ਓਨਰਸ ਦੇ ਐਕਸਪੀਰੀਅੰਸ ਕਾਫੀ ਮਾੜੇ ਰਹਿੰਦੇ ਆ। ਤੁਸੀਂ ਹਾਲੇ ਨਿਊ ਆਏ ਹੋ ਤੇ ਤੁਹਾਡਾ ਜਿਹੜਾ ਹੈਗਾ ਘਰ ਦੇ ਓਨਰ ਦੇ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਮੈਂ ਜਿਹੜੇ ਮੈਨੂੰ ਓਨਰ ਮਿਲੇ ਨੇ ਉਹ ਬਹੁਤ ਵਧੀਆ ਨੇ, ਉਹ ਡਾਊਨ ਟੂ ਅਰਥ ਨੇ। ਮੈਨੂੰ ਫਸਟ ਉਹਨਾਂ ਨੇ ਰੂਮ ਦਿੱਤਾ, ਮੈਨੂੰ ਉੱਪਰਲਾ ਰੂਮ ਦਿੱਤਾ ਹੋਇਆ ਸੀਗਾ ਉਹਨਾਂ ਨੇ। ਉੱਥੇ ਉਹਨਾਂ ਦੇ ਕੋਈ ਗੈਸਟ ਆ ਗਏ, ਫਿਰ ਉਹਨਾਂ ਨੇ ਮੈਨੂੰ ਥੱਲੇ ਕਿਹਾ ਤੇ ਮੈਂ ਬੇਸਮੈਂਟ 'ਚ ਚਲਾ ਗਿਆ। ਬੇਸਮੈਂਟ 'ਚ ਵੀ ਮੇਰਾ ਸਿੰਗਲ ਰੂਮ ਆ, ਉੱਥੇ ਉਹਨਾਂ ਦੇ ਬੈੱਡ ਨਹੀਂ ਸੀ, ਉਹਨਾਂ ਨੇ ਹੈਂਡ ਟੂ ਹੈਂਡ ਮੈਨੂੰ ਬੈੱਡ ਉੱਥੇ ਪ੍ਰੋਵਾਈਡ ਕਰਵਾਇਆ। ਸੋ ਓਵਰਆਲ ਵਧੀਆ ਹੈ ਬਿਲਕੁਲ। ਯਾਨੀ ਕਈ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਓਨਰ ਸਹੀ ਨਹੀਂ ਮਿਲਦੇ, ਬਟ ਇਨ ਮੇਰੇ ਕੇਸ ਮੈਨੂੰ ਬਹੁਤ ਵਧੀਆ ਓਨਰ ਮਿਲਿਆ ਹੈ। ਜੇਕਰ ਕੰਮਕਾਰ ਦੀ ਗੱਲ ਕਰੀਏ ਤਾਂ ਕੰਮਕਾਰ ਮਿਲ ਚੁੱਕਿਆ ਤੁਹਾਨੂੰ? ਹਾਂਜੀ, ਮੈਂ ਓਬਵੀਅਸਲੀ ਮੈਨੂੰ ਕੰਮਕਾਰ ਮਿਲ ਚੁੱਕਿਆ ਹੈ ਕਿਉਂਕਿ ਮੈਂ ਆਲਰੇਡੀ ਜਿਵੇਂ ਇੰਡੀਆ ਤੋਂ ਆਪਣੀ ਪ੍ਰੋਫਾਈਲ ਬਣਾਈ ਹੋਈ ਸੀ, ਜਿਵੇਂ ਲਿੰਕਡਇਨ ਹੋ ਗਿਆ, ਇੰਡੀਡ ਹੋ ਗਿਆ, ਤੇ ਮੈਂ ਜਿਵੇਂ ਉੱਥੇ ਹੀ ਅਪਲਾਈ ਕਰਤਾ ਸੀ ਵਾਲਮਾਰਟ ਦੇ, ਕਿਉਂਕਿ ਮੇਰਾ ਆਨਲਾਈਨ ਸਮੈਸਟਰ ਚੱਲ ਰਿਹਾ ਸੀ ਤੇ ਮੈਂ ਫਸਟ ਸਮੈਸਟਰ ਆਲਮੋਸਟ ਮੇਰਾ ਕੰਪਲੀਟ ਹੋਣ ਵਾਲਾ ਹੀ ਸੀ। ਯਾਨੀ 3 ਜੁਲਾਈ ਨੂੰ ਮੇਰਾ ਫਸਟ ਸਮੈਸਟਰ ਕੰਪਲੀਟ ਹੋਇਆ ਤੇ ਮੈਂ ਉਦੋਂ ਤੋਂ ਸਟਾਰਟ ਕਰਤਾ। ਤੇ ਫਿਰ ਫਾਈਨਲੀ ਮੇਰਾ 2 ਜਗ੍ਹਾ ਤੇ ਸਿਲੈਕਸ਼ਨ ਹੋਇਆ, ਐਮਾਜ਼ੋਨ 'ਚ ਤੇ ਵਾਲਮਾਰਟ 'ਚ। ਮੈਂ ਦੋਨਾਂ ਥਾਂ ਤੇ ਇੰਟਰਵਿਊ ਦਿੱਤਾ, ਮੈਨੂੰ ਵਾਲਮਾਰਟ ਦੀ ਪੇ ਜ਼ਿਆਦਾ ਵਧੀਆ ਲੱਗੀ, ਫਿਰ ਮੈਂ ਵਾਲਮਾਰਟ ਨੂੰ ਪ੍ਰਾਇੋਰਟੀ ਤੇ ਲੈ ਕੇ ਤੇ ਉੱਥੇ ਲੱਗ ਗਿਆ। ਜੇਕਰ ਗੱਲ ਕਰੀਏ ਇਹਨਾਂ ਜਿਹੜੀਆਂ ਜੌਬਸ ਹੈਗੀਆਂ ਵਾਲਮਾਰਟ, ਟਿਮ ਹਾਰਟਨਸ, ਕਿਹਾ ਜਾਂਦਾ ਹੈ ਕਿ ਇੱਥੇ ਰੈਫਰੈਂਸ ਚੱਲਦੀ ਆ, ਤਾਂ ਤੁਹਾਡੇ ਨਾਲ ਇਦਾਂ ਹੋਇਆ ਕਿ ਕਿਸੇ ਰੈਫਰੈਂਸ ਦੀ ਜ਼ਰੂਰਤ ਪਈ ਹੋਵੇ? ਹਾਂਜੀ, ਓਬਵੀਅਸਲੀ ਮੇਰਾ ਰੈਫਰੈਂਸ HR ਹੈ ਵਾਲਮਾਰਟ 'ਚ। ਉਸ ਜਗ੍ਹਾ ਤੇ ਜਿਵੇਂ ਮੇਰਾ ਫਰੈਂਡ ਆ ਉੱਥੇ ਇੱਕ HR ਹੈ ਤੇ ਉਹਨੇ ਆਪਣੀ ਰੈਫਰੈਂਸ ਪਾਈ, ਫਿਰ ਜਾ ਕੇ ਮੈਨੂੰ ਉੱਥੇ ਵਧੀਆ ਜੌਬ ਮਿਲੀ। ਹਾਂਜੀ। ਤੇ ਜਿਹੜੀਆਂ ਹੈਗੇ ਆ ਪੇ ਆ, ਇਹਦੇ ਨਾਲ ਆਪਣਾ ਸਾਰਾ ਖਰਚਾ ਵਗੈਰਾ ਨਿਕਲ ਜਾਂਦਾ ਹੈ, ਘਰ ਦਾ, ਗਰੋਸਰੀ ਵਗੈਰਾ ਦਾ ਸਾਰਾ ਕੁਝ? ਹਾਂਜੀ, ਮੈਂ ਇਹੀ ਕਹਿਣਾ ਚਾਹੂੰਗਾ ਜਿਹੜੇ ਪਾਰਟ ਟਾਈਮ ਜੌਬ ਆ ਉਹਨਾਂ 'ਚ ਬਹੁਤ ਥੋੜ੍ਹਾ ਡਿਫਿਕਲਟ ਹੈ। ਘਰ ਦਾ ਖਰਚਾ, ਗਰੋਸਰੀ, ਬੰਦਾ ਟਰੈਵਲ ਵੀ ਕਰਦਾ ਹੈ, ਫਿਰ ਹੋਰ ਵੀ ਕਈ ਖਰਚੇ ਰਹਿੰਦੇ ਆ। ਸੋ ਓਬਵੀਅਸਲੀ ਪਾਰਟ ਟਾਈਮ ਜੌਬ 'ਚ ਥੋੜ੍ਹਾ ਮੁਸ਼ਕਿਲ ਹੁੰਦਾ ਆ, ਬਟ ਜਦ ਆਪਾਂ ਫੁੱਲ ਟਾਈਮ ਹੈ ਉਸ ਟਾਈਮ ਆਪਾਂ ਬਿਲਕੁਲ ਵਧੀਆ ਕਲੀਅਰ ਕਰ ਲੈਂਦੇ ਕਿ ਬਿਕਾਜ਼ 40 ਆਵਰ ਪਰ ਵੀਕ ਵਧੀਆ ਹੁੰਦੇ ਨੇ ਤੇ 40 ਆਵਰਸ ਆਪਣਾ ਮਿਨੀਮਮ ਵੇਜ ਨਾਲ ਵੀ $500 ਪਰ ਵੀਕ ਬਣ ਜਾਂਦਾ। ਤਾਂ ਮੰਥਲੀ ਯਾਨੀ $2000 ਚੀਜ਼ ਲਈ ਆਪਣਾ ਖਰਚਾ ਨਿਕਲ ਜਾਂਦਾ ਹੈ। ਤੇ ਜਿਹੜੇ ਨਵੇਂ ਸਟੂਡੈਂਟਸ ਆ ਰਹੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਨਵੇਂ ਸਟੂਡੈਂਟਸ ਜਿਹੜੇ ਆਉਣਾ ਚਾਹੁੰਦੇ ਆ ਜਾਂ ਆ ਰਹੇ ਆ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ, ਫਸਟ ਆਪਣੀ ਲੋਕੇਸ਼ਨ ਬਿਲਕੁਲ ਤਰੀਕੇ ਨਾਲ ਲੱਭਿਓ। ਕਿਤੇ ਜਿਵੇਂ ਮੇਨ ਹੱਬ ਹੈ ਜਿਹੜਾ ਬਰੈਂਪਟਨ ਹੋ ਗਿਆ, ਮਿਸਿਸਿਆਗਾ ਹੋ ਗਿਆ, ਸਕਾਰਬਰੋ ਹੋ ਗਿਆ, ਉਧਰ ਨਾਰਥ ਯਾਰਕ ਹੋ ਗਿਆ, ਇਹ ਲੋਕੇਸ਼ਨਸ ਇੱਦਾਂ ਦੀਆਂ ਇੱਥੇ ਆਲਮੋਸਟ ਕੰਮ ਹਰੇਕ ਬੱਚੇ ਨੂੰ ਮਿਲ ਜਾਂਦਾ ਆ 2 ਤੋਂ 3 ਦਿਨਾਂ 'ਚ। ਆਪਾਂ ਜ਼ਰੂਰੀ ਨਹੀਂ ਵਾਲਮਾਰਟ ਤੇ ਆਪਾਂ ਟਿਮ ਹਾਰਟਨਸ ਹੀ ਕਰੀਏ, ਨਾਰਮਲ ਵਰਕ ਵੀ ਮਿਲ ਜਾਂਦਾ ਹੈ, ਵੇਅਰ ਹਾਊਸ ਜੌਬਸ ਹੋ ਜਾਂਦੀਆਂ ਹੈ, ਹੋਰ ਬਥੇਰੀਆਂ, ਫੂਡ ਪੈਕੇਜਿੰਗ ਹੋ ਗਈ, ਬੇਕਰੀ ਹੋ ਗਈ। ਸੋ ਉਹਨਾਂ ਨੂੰ ਲੋਕੇਸ਼ਨ ਡਿਪੈਂਡ ਕਰਦਾ, ਲੋਕੇਸ਼ਨ ਤਰੀਕੇ ਨਾਲ ਲੱਭਣ, ਬਿਕੋਜ਼ ਕਈ ਵਾਰ ਕੀ ਆ ਓਨਰ ਦੱਸਦੇ ਕੋਈ ਲੋਕੇਸ਼ਨ ਹੁੰਦੀ ਹੈ ਤੇ ਰੂਮ ਉਹਨਾਂ ਨੂੰ ਕਿਸੇ ਹੋਰ ਲੋਕੇਸ਼ਨ ਤੇ ਦਿੰਦੇ, ਫਿਰ ਉੱਥੇ ਥੋੜ੍ਹਾ ਟਫ ਹੋ ਜਾਂਦਾ ਮੈਨੇਜ ਕਰਨਾ।
ਲਾਈਫ ਇਨ ਕੈਨੇਡਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਇੱਥੋਂ ਦੇ ਸਟੂਡੈਂਟਸ ਦੇ ਨਾਲ, ਜਿਨ੍ਹਾਂ ਨੇ ਆਪਾਂ ਨੂੰ ਦੱਸਿਆ ਕਿ ਕਿੱਦਾਂ ਦੀ ਸਾਰੀ ਲਾਈਫ ਹੈਗੀ ਆ, ਕਿੱਦਾਂ ਉਹ ਸਾਰੀ ਆਪਣੀ ਲਾਈਫ ਨੂੰ ਮੈਨੇਜ ਕਰਦੇ ਆ। ਤੇ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਹੈਗਾ ਹੈ ਕੈਨੇਡਾ ਦੀ ਲਾਈਫ ਨੂੰ ਲੈ ਕੇ, ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਜ਼ਰੂਰ ਕਰਿਓ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਅਸੀਂ ਇੱਕ ਐਪੀਸੋਡ ਹੋਰ ਬਣਾਈਏ। ਤੇ ਤਦ ਤੱਕ ਲਈ ਮੈਨੂੰ ਅਰਸ਼ਦੀਪ ਕੌਰ ਨੂੰ ਤੇ ਕੈਮਰਾਮੈਨ ਹਰਸ਼ ਨੂੰ ਦਿਓ ਇਜਾਜ਼ਤ। ਜੁੜੇ ਰਹੋ ਹਮਦਰ ਟੀਵੀ ਦੇ ਨਾਲ।